ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਏ। ਧੰਨ ਧੰਨ ਸੱਚੇ ਪਾਤਸ਼ਾਹ, ਗਰੀਬ ਨਵਾਜ, ਦੀਨ ਦੁਨੀਆ ਦੇ ਮਾਲਕ, ਚਾਬਰ ਛਤਰ ਤਖਤ ਦੇ ਮਾਲਕ, ਸਮਰੱਥ ਗੁਰੂ, ਪ੍ਰਤੱਖ ਗੁਰੂ, ਦੀਨ ਦਿਆਲ, ਕਿਰਪਾਲ, ਅੰਤਰਜਾਮੀ, ਪੂਰਨ ਪਾਰ ਬ੍ਰਹਮ ਪਰਮੇਸ਼ਰ, ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ, ਦਾਸਾਂ, ਗਰੀਬਾਂ, ਸਿੱਖਾਂ, ਸੇਵਕਾਂ ਦੇ ਉੱਤੇ ਕਿਰਪਾ ਕਰਨ ਵਾਲੇ, ਦਇਆ ਕਰਨ ਵਾਲੇ, ਰਹਿਮਤਾਂ ਕਰਨ ਵਾਲੇ, ਸਦਾ ਹੀ ਬਖਸ਼ਿੰਦ, ਸਦਾ ਹੀ ਦਿਆਲੂ, ਕਿਰਪਾਲੂ ਸੱਚੇ ਪਾਤਸ਼ਾਹ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਨਾਲ ਸਾਰੀ ਸਿੱਖ ਸੰਗਤ ਜੋੜੋ ਦੋਵੇਂ ਹੱਥ, ਪਿਆਰ ਸਤਿਕਾਰ ਨਾਲ ਗੱਜ ਕੇ ਕਹੋ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। 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 ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਜੀ ਨੇ ਕਿਰਪਾ ਕੀਤੀ ਹੈ, ਬਖਸ਼ਿਸ਼ ਕੀਤੀ ਹੈ ਆਪਾਂ ਸਾਰਿਆਂ ਤੇ। ਸਤਿਗੁਰੂ ਜੀ ਦੇ ਜੀਵਨ ਦੀ ਕਥਾ ਸੁਣਨ ਦਾ ਸੁਭਾਗ ਸਮਾਂ ਸਾਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਹੈ। ਪਿਛਲੇ ਦਿਨਾਂ ਵਿੱਚ ਆਪਾਂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਕਥਾ ਸਰਵਣ ਕੀਤੀ। ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਖਡੂਰ ਸਾਹਿਬ ਜੀ ਦੀ ਪਵਿੱਤਰ ਧਰਤੀ ਤੇ ਸੁਭਾਏਮਾਨ ਹੋ ਕਰਕੇ ਸਿੱਖ ਸੰਗਤਾਂ ਦਾ ਭਲਾ ਕਰ ਰਹੇ ਹੈ। ਜਿਗਿਆਸੂ ਆਉਂਦੇ ਹਨ, ਮਹਾਰਾਜ ਗਰੀਬ ਨਵਾਜ ਜੀ ਨੂੰ ਬੇਨਤੀਆਂ ਕਰਦੇ ਹਨ। ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਦੀਆਂ ਬੇਨਤੀਆਂ ਸੁਣ ਕੇ ਉਹਨਾਂ ਦਾ ਭਲਾ ਕਰਦੇ ਹਨ। ਇਹ ਆਪ ਜੀ ਸੰਗਤ ਜੀ ਕਥਾ ਸਰਵਣ ਕਰ ਰਹੇ ਹੋ। ਜਦੋਂ ਵੀ ਕੋਈ ਸਿੱਖ ਆ ਕੇ ਮਹਾਰਾਜ ਜੀ ਨੂੰ ਸਵਾਲ ਕਰਦਾ ਹੈ, ਅਸਲ ਵਿੱਚ ਉਹਦਾ ਆਪਣਾ ਸਵਾਲ ਹੀ ਨਹੀਂ ਹੁੰਦਾ, ਉਸ ਸਿੱਖ ਦੇ ਮਨ ਦੀ ਆਪਣੀ ਅਵਸਥਾ ਹੁੰਦੀ ਹੈ। ਜਿਹੜੀ ਅਵਸਥਾ ਉਹ ਗੁਰੂ ਸਾਹਿਬ ਨਾਲ ਸਾਂਝੀ ਕਰਦਾ ਹੈ, ਗੁਰੂ ਸਾਹਿਬ ਅੱਗੋਂ ਤੋਰ ਦਿੰਦੇ ਹੈ ਜੀ। ਮਹਾਰਾਜ ਗਰੀਬ ਨਵਾਜ ਅੱਗੋਂ ਕਿਰਪਾ ਕਰਕੇ ਵਾਹਿਗੁਰੂ ਦੇ ਨਾਮ ਵਾਲੇ ਪਾਸੇ ਆਏ ਜਿਗਿਆਸੂ ਨੂੰ ਜੋੜਦੇ ਹੈ। ਤੁਸਾਂ ਸਰਵਣ ਕੀਤਾ, ਮਹਾਰਾਜ ਜੀ ਦੇ ਕੋਲ ਭਾਈ ਕਿਦਾਰੀ ਜੀ ਆਏ ਜੀ, ਧੰਨ ਗੁਰੂ ਅੰਗਦ ਸਾਹਿਬ ਜੀ ਕੋਲ। ਗੱਜ ਕੇ ਆਖੋ ਵਾਹਿਗੁਰੂ। ਸੱਚੇ ਪਾਤਸ਼ਾਹ ਜੀ ਦੇ ਕੋਲ ਭਾਈ ਕਿਦਾਰੀ ਜੀ ਆਏ ਹੈ। ਭਾਈ ਕਿਦਾਰੀ ਜੀ ਨੇ ਮਹਾਰਾਜ ਨੂੰ ਬੇਨਤੀ ਕੀਤੀ, ਗੁਰੂ ਅੰਗਦ ਦੇਵ ਮਹਾਰਾਜ, ਇਹ ਜਗਤ ਕਾਮ ਤੇ ਕ੍ਰੋਧ ਵਿੱਚ ਸੜ ਰਿਹਾ ਹੈ। ਮਹਾਰਾਜ ਮੈਂ ਵੀ ਸੜ ਰਿਹਾ, ਕਿਰਪਾ ਕਰੋ ਤੇ ਮੈਨੂੰ ਬਚਾਓ। ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਉਹਨੇ ਬੇਨਤੀ ਕੀਤੀ। ਦਾਸ ਨੇ ਪਿਛਲੇ ਦਿਨੀ ਵੀ ਬੇਨਤੀ ਕੀਤੀ ਸੀ, ਸੰਗਤ ਜੀ ਕਿਸੇ ਦੇ ਵੱਡੇ ਭਾਗ ਹੋਣ ਨਾ, ਉਹਨੂੰ ਇਹ ਸਮੱਤ ਮਿਲਦੀ ਹੈ ਵੀ ਮੈਂ ਕਾਮ ਕ੍ਰੋਧ ਤੋਂ ਬਚਣਾ ਹੈ, ਨਹੀਂ ਤੇ ਬੰਦਾ ਗੁਰਦੁਆਰੇ ਆ ਕੇ ਨਹੀਂ ਟਿਕਦਾ ਜੀ, ਹੋਰ ਤੇ ਗੱਲਾਂ ਹੀ ਪਾਸੇ ਦੀਆਂ ਨੇ ਜੀ। ਗੱਜ ਕੇ ਆਖੋ ਵਾਹਿਗੁਰੂ। ਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ ਭਾਈ ਕਿਦਾਰੀ ਜੀ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਈ ਕਿਦਾਰੀ ਜੀ ਨੂੰ ਸਮੱਤ ਬਖਸ਼ਿਸ਼ ਕੀਤੀ। ਮਹਾਰਾਜ ਕਹਿਣ ਲੱਗੇ, ਜਿਵੇਂ ਅੱਗ ਤੋਂ ਬਚਣ ਵਾਸਤੇ ਜਾਨਵਰ ਨਹਿਰ ਵਿੱਚ ਛਾਲ ਮਾਰ ਦਿੰਦੇ ਹੈ, ਵਕਾਰਾਂ ਤੋਂ ਬਚਣ ਵਾਸਤੇ ਮਨੁੱਖ ਗੁਰੂ ਦੀ ਸੰਗਤ ਵਿੱਚ ਚਲੇ ਜਾਵੇ ਜੀ। ਸੋ ਇਹ ਕਥਾ ਆਪ ਜੀ ਨੇ ਸੰਗਤ ਜੀ ਸਰਵਣ ਕੀਤੀ। ਹੁਣ ਆਪਾਂ ਇਹਦੇ ਤੋਂ ਅੱਗੇ ਗੁਰੂ ਸਾਹਿਬ ਜੀ ਦੀ ਪਵਿੱਤਰ ਕਥਾ ਬੜੇ ਪਿਆਰ ਦੇ ਨਾਲ ਸਰਵਣ ਕਰਨੀ ਹੈ। ਭਾਈ ਦੀਪਾ ਵਾਹਿਗੁਰੂ ਭਾਈ ਕਿਦਾਰੀ ਜੀ ਮਹਾਰਾਜ ਜੀ ਦਾ ਬਚਨ ਸੁਣ ਕੇ ਕਮਾ ਲਿਆ ਜੀ। ਉਹਨਾਂ ਨੇ ਸੰਗਤ ਨੂੰ ਆਪਣੀ ਮੁੱਖ ਟੇਕ ਬਣਾ ਲਿਆ। ਹੁਣ ਆਪਾਂ ਇਹਦੇ ਤੋਂ ਅੱਗੇ ਕਥਾ ਸਰਵਣ ਕਰੀਏ।
ਪਿਆਰ ਦੇ ਨਾਲ ਸਾਰੀ ਸੰਗਤ ਕਹੋ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਸਭ ਸਿੱਖ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫੇਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਅੰਗਦ ਉਪਦੇਸ਼ ਬਤਾਇਓ। ਦੀਪਾ ਅਪਰ ਨਾਰਾਇਣ ਦਾਸ ਬੂਲੇ ਸਹਿਤ ਆਏ ਗੁਰ ਪਾਸ। ਹਜੂਰ ਗਰੀਬ ਨਵਾਜ ਸੱਚੇ ਪਾਤਸ਼ਾਹ ਖਡੂਰ ਸਾਹਿਬ ਜੀ ਦੀ ਧਰਤੀ ਤੇ ਸੁਭਾਏਮਾਨ ਹਨ। ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਭਾਈ ਦੀਪਾ ਜੀ, ਭਾਈ ਨਾਰਾਇਣ ਦਾਸ ਜੀ ਤੇ ਭਾਈ ਬੂਲਾ ਜੀ, ਇਹ ਪੁਰਾਣੇ ਨਾਮ ਨੇ, ਇਹ ਗੁਰਸਿੱਖਾਂ ਦੇ ਨਾਮ ਨੇ। ਮਹਾਰਾਜ ਗਰੀਬ ਨਵਾਜ ਜੀ ਦੇ ਕੋਲ ਇਹ ਤਿੰਨ ਸਿੱਖ ਆਏ ਹੈ, ਭਾਈ ਦੀਪਾ ਜੀ, ਭਾਈ ਨਾਰਾਇਣ ਦਾਸ ਜੀ, ਭਾਈ ਬੂਲਾ ਜੀ। ਹਾਂਜੀ, ਬੰਦਨ ਕਰ ਭਾਖੀ ਅਰਦਾਸ। ਭਾਈ ਦੀਪਾ ਜੀ ਨੇ ਤੇ ਹੋਰ ਦੋ ਸਾਥੀਆਂ ਨੇ, ਤਿੰਨਾਂ ਨੇ ਸੱਚੇ ਪਾਤਸ਼ਾਹ ਜੀ ਨੂੰ ਆ ਕੇ ਮੱਥਾ ਟੇਕਿਆ। ਆਪਾਂ ਵੀ ਟੇਕੀਏ, ਆਖੋ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਆ ਕੇ ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰ ਕੀਤੀ। ਨਮਸਕਾਰ ਕਰਕੇ ਸਤਿਗੁਰੂ ਜੀ ਨੂੰ ਅਰਦਾਸ ਕੀਤੀ ਜੀ ਇਹਨਾਂ ਨੇ। ਹਾਂਜੀ, ਜਨਮ ਮਰਨ ਦੁਖ ਦੇਹੋ ਬਿਨਾਸ਼। ਹੇ ਸੱਚੇ ਪਾਤਸ਼ਾਹ ਗਰੀਬ ਨਵਾਜ ਮਹਾਰਾਜ, ਅਸੀਂ ਆਪ ਜੀ ਦਾ ਬੜਾ ਜਸ ਸੁਣਿਆ। ਮਹਾਰਾਜ ਕਿਰਪਾ ਕਰੋ, ਸਾਡਾ ਜਨਮ ਤੇ ਮਰਨ ਕੱਟਿਆ ਜਾਵੇ। ਸੰਗਤ ਜੀ ਬਾਰ-ਬਾਰ ਜੰਮਣਾ ਪੈਂਦਾ ਤੇ ਮਰਨਾ ਪੈਂਦਾ ਜੀ। ਹੰਕਾਰ ਕਰਕੇ ਬਾਰ-ਬਾਰ ਜਨਮ ਹੁੰਦਾ ਬੰਦੇ ਦਾ। ਗੁਰੂ ਅਰਜਨ ਦੇਵ ਮਹਾਰਾਜ ਸ਼ਲੋਕ ਸਹਿਸਕ੍ਰਿਤੀ ਵਿੱਚ ਕਿਰਪਾ ਕਰਦੇ ਆ, ਹੇ ਜਨਮ ਮਰਨ ਮੂਲੰ ਅਹੰਕਾਰੰ ਪਾਪਾਤਮਾ। ਹਉਮੈ ਕਰਕੇ ਬਾਰ-ਬਾਰ ਬੰਦੇ ਦਾ ਜਨਮ ਹੁੰਦਾ ਜੀ। ਜੇ ਜਨਮ ਹੁੰਦਾ ਤੇ ਮਰਨ ਵੀ ਹੁੰਦਾ ਜੀ। ਤੇ ਗੁਰੂ ਕੇ ਸਿੱਖ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਕਹਿਣ ਲੱਗੇ, ਮਹਾਰਾਜ ਸਾਡਾ ਜਨਮ ਤੇ ਮਰਨ ਇਹ ਨਾਸ ਕਰ ਦਿਓ, ਸਾਨੂੰ ਮੁਕਤੀ ਬਖਸ਼ੋ। ਸ੍ਰੀ ਅੰਗਦ ਉਪਦੇਸ਼ ਬਤਾਇਓ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰਸਿੱਖਾਂ ਵੱਲ ਵੇਖਿਆ ਤੇ ਗੁਰੂ ਸਾਹਿਬ ਜੀ ਨੇ ਫਿਰ ਉਪਦੇਸ਼ ਦਿੱਤਾ, ਕਰੋ ਭਗਤ ਜੇ ਇਮ ਉਰ ਭਾਇਓ। ਮਹਾਰਾਜ ਕਹਿਣ ਲੱਗੇ, ਜੇ ਤੇ ਜਨਮ ਮਰਨ ਤੋਂ ਬਚਣਾ ਚਾਹੁੰਦੇ ਹੋ ਨਾ ਤੇ ਫਿਰ ਵਾਹਿਗੁਰੂ ਦੀ ਭਗਤੀ ਕਰੋ। ਮਹਾਰਾਜ ਕਹਿਣ ਲੱਗੇ, ਗੱਜ ਕੇ ਆਖੋ ਸੰਗਤ ਜੀ ਵਾਹਿਗੁਰੂ ਵਾਹਿਗੁਰੂ। ਭਗਤੀ ਕਰੋ। ਮਹਾਰਾਜ ਕਹਿਣ ਲੱਗੇ, ਭਗਤੀ ਤੋਂ ਬਗੈਰ ਬਚਿਆ ਨਹੀਂ ਜਾ ਸਕਦਾ। ਹਾਂਜੀ, ਕਹਿਣ ਲੱਗੇ ਹਮ ਭਗਤ ਨਾ ਜਾਣਹਿ। ਤੇ ਉਹ ਚਾਰੇ ਸਿੱਖ ਵਾਹਿਗੁਰੂ ਤਿੰਨੇ ਜਿਹੜੇ ਸਿੱਖ ਹੈ ਨਾ, ਉਹ ਮਹਾਰਾਜ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗੇ, ਮਹਾਰਾਜ ਭਗਤੀ ਤੇ ਕਰੀਏ, ਪਰ ਮਹਾਰਾਜ ਸਾਨੂੰ ਭਗਤੀ ਕਰਨੀ ਨਹੀਂ ਆਉਂਦੀ। ਸੰਗਤ ਜੀ, ਭਗਤੀ ਕਰਨਾ ਬੜਾ ਸੂਖਸ਼ਮ ਵਿਸ਼ਾ ਹੈ। ਆਪਾਂ ਸਮਝਦੇ ਹਾਂ ਵੀ ਸ਼ਾਇਦ ਜਿਵੇਂ ਹੋਰ ਕੰਮ ਆਪਾਂ ਆਪਣੀ ਮਰਜ਼ੀ ਨਾਲ ਕਰ ਲੈਨੇ, ਸ਼ਾਇਦ ਭਗਤੀ ਵੀ ਆਪਣੀ ਮਰਜ਼ੀ ਨਾਲ ਹੋ ਜਾਂਦੀ ਹੈ, ਪਰ ਨਹੀਂ। ਜਿਵੇਂ ਡਾਕਟਰ ਬਣਨ ਵਾਸਤੇ ਸਿਆਣੇ ਡਾਕਟਰ ਦੇ ਕੋਲ ਬਹਿਣਾ ਪੈਂਦਾ ਹੈ ਜੀ, ਇਸੇ ਤਰ੍ਹਾਂ ਭਗਤੀ ਕਰਨ ਵਾਸਤੇ ਸਤਿਗੁਰੂ ਜੀ ਦੇ ਕੋਲੋਂ ਮੱਤ ਲੈਣੀ ਪੈਂਦੀ ਹੈ। ਮਹਾਰਾਜ ਗਰੀਬ ਨਵਾਜ ਕਹਿਣ ਲੱਗੇ, ਭਗਤੀ ਕਰੋ। ਕਹਿਣ ਲੱਗੇ, ਮਹਾਰਾਜ ਭਗਤੀ ਕਰਨੀ ਕੀ ਹੁੰਦੀ ਹੈ, ਸਾਨੂੰ ਪਤਾ ਹੀ ਕੁਝ ਨਹੀਂ ਹੈ। ਹਾਂਜੀ, ਕਿਮ ਸਰੂਪ ਕੈਸੇ ਕਰ ਠਾਨਹਿ। ਮਹਾਰਾਜ ਭਗਤੀ ਕਿਹੋ ਜੀ ਹੁੰਦੀ ਹੈ, ਭਗਤੀ ਕਿਵੇਂ ਕਰੀਦੀ ਹੈ, ਮਹਾਰਾਜ ਸਾਨੂੰ ਨਹੀਂ ਪਤਾ। ਹਾਂਜੀ, ਸ਼੍ਰੀ ਗੁਰ ਬਰਨਨ ਕੀਨ ਸਿਖਾਈ। ਮਹਾਰਾਜ ਗਰੀਬ ਨਵਾਜ ਧੰਨ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਫਿਰ ਉਹਨਾਂ ਤੇ ਕਿਰਪਾ ਕਰਕੇ ਉਹਨਾਂ ਨੂੰ ਭਗਤੀ ਦੀ ਜਾਚ ਦੱਸੀ ਜੀ।
ਭਗਤੀ ਕਿਵੇਂ ਕਰਨੀ ਹੈ, ਆਪਾਂ ਵੀ ਬੜੇ ਧਿਆਨ ਨਾਲ ਸੁਣੀਏ। ਹਾਂਜੀ। ਬ੍ਰਹਮ ਸਵਲ ਮਾਇਆ ਜਗ ਜਾਈ। ਮਹਾਰਾਜ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਸਿੱਖੋ, ਸਭ ਤੋਂ ਪਹਿਲਾਂ ਇਸ ਗੱਲ ਦਾ ਧਿਆਨ ਰੱਖੋ, ਉਸ ਵਾਹਿਗੁਰੂ ਨੇ ਮਾਇਆ ਪੈਦਾ ਕੀਤੀ ਹੋਈ ਹੈ ਜੀ। ਮਾਇਆ ਕੀ ਹੈ? ਭੁਲੇਖਾ, ਜਿਹਦੇ ਵਿੱਚ ਪੈ ਕੇ ਰੱਬ ਦਾ ਹੀ ਬੰਦੇ ਨੂੰ ਚੇਤਾ ਭੁੱਲ ਜਾਂਦਾ ਜੀ। ਹਾਂਜੀ। ਹੁਕਮ ਪਰਮੇਸ਼ਰ ਕੋ ਤਿਨ ਪਾਇਓ। ਮਹਾਰਾਜ ਕਹਿਣ ਲੱਗੇ, ਪਰਮੇਸ਼ਰ ਨੇ ਮਾਇਆ ਪੈਦਾ ਕੀਤੀ ਹੈ, ਤੇ ਮਾਇਆ ਫਿਰ ਰੱਬ ਦੇ ਹੁਕਮ ਦੇ ਨਾਲ, ਪਰਮੇਸ਼ਰ ਦੀ ਮਰਜ਼ੀ ਨਾਲ। ਹਾਂਜੀ। ਆਪਣੇ ਮਹਿ ਸਭ ਜਗ ਭਰਮਾਇਓ। ਉਹ ਸਾਰੇ ਜਗਤ ਨੂੰ ਆਪਣੇ ਮਗਰ ਲਾ ਲੈਂਦੀ ਜੀ। ਇੱਕ ਗੱਲ ਤੇ ਤੁਸੀਂ ਆਮ ਹੀ ਸੁਣੀ ਹੋਏਗੀ ਕਿ ਸਾਰਾ ਜਗਤ ਮਾਇਆ ਨੇ ਆਪਣੇ ਮਗਰ ਲਾਇਆ ਜੀ। ਸੰਗਤ ਜੀ, ਮਾਇਆ, ਫਿਰ ਮੈਂ ਬੇਨਤੀ ਕਰਾਂ, ਮਾਇਆ ਉਹ ਹਰ ਵਸਤੂ ਮਾਇਆ ਜਿਹਦੇ ਵਿੱਚ ਪੈ ਕੇ ਬੰਦੇ ਨੂੰ ਰੱਬ ਦਾ ਚੇਤਾ ਭੁੱਲ ਜਾਂਦਾ ਜੀ। ਸੂਖਸ਼ਮ ਮਾਇਆ ਕੀ ਹੈ? ਇਹਦਾ ਤੁਸੀਂ ਕੀ ਸਮਝਣਾ ਜੀ? ਸੂਖਸ਼ਮ ਮਾਇਆ ਤੇ ਇੱਕ ਪਾਸੇ ਆ ਛੋਟੇ ਛੋਟੇ ਨੋਟ ਹੀ ਨਹੀਂ ਸਾਹ ਲੈਂਦੇ ਜੀ। ਗੱਜ ਕੇ ਆਖੋ ਵਾਹਿਗੁਰੂ। ਆ ਨੋਟ ਹੀ ਨਹੀਂ ਸਾਹ ਲੈਂਦੇ ਜੀ। ਮਾਇਆ ਸਾਹ ਨਹੀਂ ਲੈਣ ਦਿੰਦੀ ਬੰਦੇ ਨੂੰ ਜੀ। ਸੰਸਾਰ ਭੱਜਾ ਫਿਰਦਾ ਜੀ ਸਾਰਾ ਜੀ। ਇਹਦੇ ਤੋਂ ਬਚਣਾ ਬੜਾ ਔਖਾ, ਤੇ ਇਹ ਜਿਉਂ-ਜਿਉਂ ਬੰਦਾ ਇਹਦੇ ਵਿੱਚ ਵੜੀ ਜਾਏਗਾ ਨਾ ਜੀ, ਤਿਉਂ-ਤਿਉਂ ਮਾਇਆ ਦਾ ਹੋਰ ਨਿੱਕਾ ਰੂਪ ਹੁੰਦਾ ਜਾਏਗਾ ਜੀ। ਮਾਇਆ ਦਾ ਹੋਰ ਰੂਪ ਛੋਟਾ ਹੋਈ ਜਾਏਗਾ ਜੀ। ਤੇ ਤਿਉਂ-ਤਿਉਂ ਬੰਦੇ ਨੂੰ ਪਤਾ ਲੱਗੇਗਾ, ਇੱਧਰ ਇਸ ਕੰਮ ਵਿੱਚ ਪੈ ਕੇ ਵੀ ਮੈਨੂੰ ਰੱਬ ਦਾ ਚੇਤਾ ਭੁੱਲ ਜਾਂਦਾ, ਇਸ ਕੰਮ ਵਿੱਚ ਪੈ ਕੇ ਵੀ ਮੈਨੂੰ ਰੱਬ ਦਾ ਚੇਤਾ ਭੁੱਲ ਜਾਂਦਾ। ਮਹਾਰਾਜ ਗੁਰੂ ਅੰਗਦ ਦੇਵ ਸਾਹਿਬ ਕਹਿਣ ਲੱਗੇ, ਪਿਆਰਿਓ, ਮਾਇਆ ਨੇ ਬੰਦੇ ਨੂੰ ਆਪਣੇ ਮਗਰ ਲਾਇਆ, ਤੇ ਇਕੱਲੇ ਇੱਕ ਬੰਦੇ ਨੂੰ ਨਹੀਂ ਜੀ, ਸਾਰੇ ਜਗਤ ਨੂੰ ਲਾਇਆ ਜੀ। ਜੇ ਕੋਈ ਬਚਿਆ ਤੇ ਰੱਬ ਦੇ ਭਗਤ ਬਚੇ, ਤੇ ਮਾਇਆ ਤੋਂ ਦੂਜਾ ਨਹੀਂ ਤੇ ਕੋਈ ਬਚਿਆ। ਹਾਂਜੀ। ਬਾਹਰ ਪ੍ਰਭੂ ਨੇ ਚਤੁਰ ਉਪਾਏ। ਫਿਰ ਪਰਮੇਸ਼ਰ ਨੇ 4 ਸਾਧਨ ਵੀ ਬਣਾਏ ਆ, ਉਹ ਵੀ ਸੁਣੋ ਇਹਦੇ ਤੋਂ ਬਚਣ ਵਾਸਤੇ। ਹਾਂਜੀ। ਜਿਨ ਤੇ ਮਿਲ ਹੈ ਮੋਹੇ ਕਹੋ ਆਏ। ਤੇ ਮਹਾਰਾਜ ਗਰੀਬ ਨਵਾਜ ਕਹਿਣ ਲੱਗੇ, ਉਹਨਾਂ 4 ਸਾਧਨਾਂ ਨਾਲ ਬੰਦੇ ਨੂੰ ਰੱਬ ਮਿਲ ਜਾਂਦਾ ਜੀ। ਗੱਜ ਕੇ ਆਖੋ ਵਾਹਿਗੁਰੂ। ਹੁਣ ਬੰਦਾ ਪੁੱਛੇ ਵੀ ਮੈਨੂੰ ਰੱਬ ਕਿਵੇਂ ਮਿਲ ਸਕਦਾ, ਤੇ ਗੁਰੂ ਸਾਹਿਬ ਨੇ 4 ਤਰੀਕੇ ਦੱਸੇ ਜੀ। 4 ਤਰੀਕੇ। ਹਾਂਜੀ। ਇੱਕ ਬੈਰਾਗ, ਜੋਗ ਅਰ ਗਿਆਨ। ਇੱਕ ਤੇ ਗੁਰੂ ਅੰਗਦ ਦੇਵ ਸਾਹਿਬ ਕਹਿੰਦੇ ਹੈ ਬੈਰਾਗ, ਦੂਜਾ 'ਚ ਜੋਗ, ਤੇ ਤੀਜਾ 'ਚ ਗਿਆਨ। ਇਹ ਵੱਖ-ਵੱਖ ਨਾਮ ਨੇ ਜੀ। ਆਮ ਬੰਦੇ ਦੀ ਪਕੜ ਵਿੱਚ ਨਹੀਂ ਛੇਤੀ ਆਉਂਦੇ ਜੀ। ਕਿਉਂ? ਕਿਉਂਕਿ ਧਿਆਨ ਨਹੀਂ ਇਸ ਪਾਸੇ ਹੈਗਾ ਜੀ। ਜਿੰਨਾ ਛੇਤੀ ਸੰਸਾਰੀ ਗੱਲਾਂ ਚੇਤੇ ਹੋ ਜਾਂਦੀਆਂ, ਨਿੰਦਿਆ ਚੁਗਲੀ ਚੇਤਾ ਹੋ ਜਾਂਦੀ ਹੈ, ਓਨੀ ਛੇਤੀ ਇਹ ਚੀਜ਼ਾਂ ਨਹੀਂ ਚੇਤੇ ਹੋਣਗੀਆਂ ਜੀ, ਕਿਉਂਕਿ ਧਿਆਨ ਨਹੀਂ ਹੈਗਾ ਜੀ। ਮਹਾਰਾਜ ਸੱਚੇ ਪਾਤਸ਼ਾਹ ਦੱਸਦੇ, ਕਹਿੰਦੇ ਇੱਕ ਬੈਰਾਗ ਹੈ, ਦੂਜਾ ਜੋਗ ਹੈ, ਤੀਜਾ ਗਿਆਨ ਹੈ। ਹਾਂਜੀ। ਚੌਥੀ ਉਪਜੀ ਭਗਤ ਮਹਾਨ। ਤੇ ਚੌਥੀ ਹੈ ਇਹਨਾਂ ਤਿੰਨਾਂ ਨਾਲੋਂ ਵੱਡੀ, ਉਹ ਹੈ ਵਾਹਿਗੁਰੂ ਦੀ ਭਗਤੀ। ਕਹੋ ਪ੍ਰੇਮ ਨਾਲ ਗੱਜ ਕੇ ਵਾਹਿਗੁਰੂ ਵਾਹਿਗੁਰੂ। ਹਾਂਜੀ। ਗਿਆਨ ਵਿਰਾਗ ਜੋਗ ਸ਼ੁਭ ਤੀਨ। ਮਹਾਰਾਜ ਕਹਿਣ ਲੱਗੇ, ਜਿਹੜਾ ਗਿਆਨ ਹੈ, ਵੈਰਾਗ ਹੈ ਤੇ ਜੋਗ ਹੈ, ਇਹ ਜੇ ਕੋਈ ਸਿਆਣਾ ਸਰੋਤਾ ਹੋਵੇ ਤਾਂ ਉਹਨੂੰ ਪਤਾ ਲੱਗ ਜਾਏਗਾ, ਜਿਵੇਂ ਕਿਸੇ ਪੁਰਸ਼ ਦਾ ਨਾਮ ਹੁੰਦਾ ਹੈ ਨਾ, ਉਹੋ ਜਿਹਾ ਨਾਮ ਹੈ ਗਿਆਨ, ਵੈਰਾਗ ਤੇ ਜੋਗ। ਮਹਾਰਾਜ ਕਹਿੰਦੇ ਸਮਝੋ ਇਹ ਪੁਰਖ ਨੇ ਜੀ, ਇਹ ਬੰਦੇ ਨੇ। ਮਹਾਰਾਜ ਕਹਿਣ ਲੱਗੇ ਹਾਂਜੀ, ਪੁਰਖ ਰੂਪ ਇਨਕੋ ਮਨ ਚੀਨ। ਹਾਂਜੀ। ਮਾਇਆ ਲੈ ਇਨਕੋ ਪਰਮਾਏ। ਤੇ ਕਿਉਂਕਿ ਇਹ ਪੁਰਸ਼ ਰੂਪ ਨੇ ਤੇ ਮਾਇਆ ਹੈਗੀ ਬੀਬੀ, ਮਹਾਰਾਜ ਕਹਿੰਦੇ ਉਹ ਫਿਰ ਤਿੰਨਾਂ ਨੂੰ ਪਰਮਾ ਲੈਂਦੀ ਹੈ ਜੀ।
ਤਿੰਨਾਂ ਦਾ ਧਿਆਨ ਖਿੱਚ ਲੈਂਦੀ। ਜੇ ਕੋਈ ਬੰਦਾ ਆਖੇ ਗਿਆਨ ਦੇ ਆਸਰੇ ਮੈਂ ਰੱਬ ਤੱਕ ਪਹੁੰਚ ਜਾਵਾਂਗਾ, ਭੁਲੇਖਾ ਹੈਗਾ ਜੀ ਬੜਾ ਵੱਡਾ ਜੀ। ਗਿਆਨ ਦੇ ਆਸਰੇ ਰੱਬ ਤੱਕ ਨਹੀਂ ਤੇ ਪਹੁੰਚਿਆ ਜਾਣਾ। ਕਿਉਂ? ਰਸਤੇ 'ਚ ਮਾਇਆ ਬੈਠੀ ਬੀਬੀ, ਉਹਨੇ ਠੱਗ ਲੈਣਾ ਬੰਦੇ ਨੂੰ ਜੀ, ਉਹਨੇ ਠੱਗ ਲੈਣਾ ਜੀ। ਨਾ ਵੈਰਾਗ ਤੇ ਨਾ ਜੋਗ ਦੇ ਆਸਰੇ। ਹਾਂਜੀ, ਬੜੇ ਯਤਨ ਤੇ ਉਭਰਿਓ ਜਾਏ। ਬੜੇ ਯਤਨਾਂ ਤੋਂ ਮਾਇਆ ਤੋਂ ਬੰਦਾ ਛੁੱਟ ਸਕਦਾ। ਇਹ ਤਿੰਨਾਂ ਚੀਜ਼ਾਂ ਹੋਣ ਦੇ ਬਾਵਜੂਦ ਵੀ ਜੀ, ਗਿਆਨ ਨੂੰ ਵੀ ਮਾਇਆ ਘੇਰ ਲੈਂਦੀ ਤੇ ਵੈਰਾਗ ਨੂੰ ਵੀ ਘੇਰ ਲੈਂਦੀ ਹੈ, ਤੇ ਜੋ ਕਿਉਂ ਬੀਬੀ ਹੈ ਨਾ ਉਹ ਘੇਰ ਲੈਂਦੀ ਜੀ। ਬੜੇ ਬੜੇ ਗਿਆਨੀ ਡਿੱਗ ਜਾਂਦੇ ਜੀ, ਬੜੇ ਬੜੇ ਵੈਰਾਗੀ ਪੁਰਸ਼ ਮਾਇਆ ਦੇ ਪ੍ਰਭਾਵ 'ਚ ਡਿੱਗ ਜਾਂਦੇ ਜੀ, ਤੇ ਬੜੇ ਬੜੇ ਜੋਗੀ ਵੀ ਡਿੱਗ ਜਾਂਦੇ ਜੀ। ਹਾਂਜੀ, ਭਗਤ ਆਹੈ ਪਤਿਵ੍ਰਤਾ ਨਾਰੀ। ਪਰ ਮਹਾਰਾਜ ਕਹਿਣ ਲੱਗੇ ਜਿਹੜੀ ਭਗਤੀ ਹੈ ਨਾ, ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਧੰਨ ਗੁਰੂ ਅੰਗਦ ਦੇਵ ਸਾਹਿਬ ਵੇਖੋ ਕਿੱਡਾ ਸੋਹਣਾ ਬਚਨ ਕਰ ਰਹੇ। ਮਹਾਰਾਜ ਕਹਿੰਦੇ ਜਿਹੜੀ ਭਗਤੀ ਹੈ ਇਹ ਹੈਗੀ ਹੈ ਇੱਕ ਇਸਤਰੀ, ਆਮ ਇਸਤਰੀ ਨਹੀਂ, ਪਤਿਵ੍ਰਤਾ ਇਸਤਰੀ। ਹਾਂਜੀ, ਇਸ ਪਰ ਨਹਿ ਮਾਇਆ ਬਲ ਭਾਰੀ। ਤੇ ਇਸਤਰੀ ਨੇ ਇਸਤਰੀ ਨੂੰ ਕੀ ਪਰਮਾ ਲੈਣਾ ਜੀ? ਇਸਤਰੀ ਨੇ ਇਸਤਰੀ ਨੂੰ ਕੀ ਪਰਮਾ ਲੈਣਾ ਜੀ? ਇਸ ਕਰਕੇ ਭਗਤੀ ਵੀ ਇਸਤਰੀ ਹੈ ਤੇ ਮਾਇਆ ਵੀ ਇਸਤਰੀ ਹੈਗੀ ਹੈ। ਇਸੇ ਕਰਕੇ ਮਹਾਰਾਜ ਕਹਿੰਦੇ ਭਗਤ ਨਾ ਵਿਆਪੈ ਮਾਇਆ। ਰੱਬ ਦੇ ਭਗਤ ਉੱਤੇ ਨਹੀਂ ਅਸਰ ਕਰਦੀ, ਬਾਕੀ ਗਿਆਨੀਆਂ ਧਿਆਨੀਆਂ ਤੇ ਅਸਰ ਕਰ ਦਿੰਦੀ ਜੀ। ਗੱਜ ਕੇ ਆਖੋ ਵਾਹਿਗੁਰੂ। ਕੋਈ ਬੜੇ ਵੱਡੇ ਮਹਾਂਪੁਰਖ ਬੈਠੇ ਰੱਬ ਦੇ ਪਿਆਰੇ, ਉਹਨਾਂ ਦੇ ਵਿਦਿਆਰਥੀ ਸਨ, ਬੱਚੇ ਪੜ੍ਹਦੇ ਸਨ ਉਹਨਾਂ ਕੋਲ, ਤੇ ਵਿਦਿਆਰਥੀਆਂ ਨੂੰ ਕਹਿਣ ਲੱਗੇ ਕੁੜੀ ਚਾਹੀਦੀ ਕਿ ਮੁੰਡਾ? ਪੰਜਾਬ ਦੀ ਬੋਲੀ 'ਚ ਲੜਕੀ ਜਾਂ ਲੜਕਾ? ਤੇ ਚੇਲੇ ਕਹਿਣ ਲੱਗੇ ਵੀ ਅੱਜ ਗੁਰੂ ਸਾਡਾ ਖੁਸ਼ ਹੋਇਆ ਤੇ ਅੱਜ ਜੋ ਮੰਗਾਂਗੇ ਉਹ ਮਿਲੇਗਾ। ਹਾਂਜੀ, ਤੇ ਉਹ ਸਾਰੇ ਕਹਿਣ ਜੀ ਮੁੰਡਾ ਚਾਹੀਦਾ, ਪੁੱਤ ਚਾਹੀਦਾ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਪੁੱਤ ਚਾਹੀਦਾ। ਤੇ ਜਦੋਂ ਆਖਿਆ ਨਾ ਜੀ ਪੁੱਤ ਚਾਹੀਦਾ, ਤੇ ਅਖੀਰ ਤੇ ਇੱਕ ਦੀ ਵਾਰੀ ਆਈ ਜੀ। ਉਹਨੂੰ ਵੀ ਪੁੱਛਿਆ ਵੀ ਤੂੰ ਦੱਸ। ਉਹਨੇ ਆਖਿਆ ਜੀ ਉਂਝ ਤੇ ਤੁਹਾਡੀ ਇੱਛਾ, ਪਰ ਜੇ ਦੇਣਾ ਤੇ ਧੀ ਦੇ ਦਿਓ। ਗੱਜ ਕੇ ਆਖੋ ਵਾਹਿਗੁਰੂ। ਉਹ ਸਾਰੇ ਬੜੇ ਹੈਰਾਨ ਹੋਏ ਜਦੋਂ ਉਸ ਵਿਦਿਆਰਥੀ ਗੁਰਮੁਖ ਨੇ ਆਖਿਆ ਨਾ ਧੀ ਦੇ ਦਿਓ, ਤੇ ਉਹ ਗੁਰਮੁਖ ਮਹਾਂਪੁਰਖ ਕਹਿੰਦੇ ਲੈ ਗਿਆ, ਸਾਰਾ ਕੁਝ ਹੀ ਲੈ ਗਿਆ। ਨਾਲ ਦੇ ਸਿੱਖ ਸੇਵਕ ਕਹਿਣ ਲੱਗੇ ਜੀ ਇਹ ਕਿਉਂ ਲੈ ਗਿਆ? ਕਹਿਣ ਲੱਗੇ ਤੁਸੀਂ ਸਾਡੀ ਗੱਲ ਨਹੀਂ ਸੀ ਸਮਝ ਸਕੇ। ਪੁੱਤ ਸੀ ਗਿਆਨ ਤੇ ਧੀ ਸੀ ਭਗਤੀ। ਗੱਜ ਕੇ ਆਖੋ ਵਾਹਿਗੁਰੂ। ਪੁੱਤ ਸੀ ਗਿਆਨ ਤੇ ਧੀ ਸੀ ਭਗਤੀ, ਤੇ ਉਹਨੇ ਮੰਗ ਲਈ ਭਗਤੀ ਤੇ ਤੁਸੀਂ ਮੰਗਿਆ ਗਿਆਨ। ਤੇ ਗਿਆਨ ਵਾਲੇ ਤੇ ਖਾਲੀ ਵੀ ਰਹਿ ਜਾਂਦੇ ਜੀ, ਪਰ ਜਿਹੜੇ ਭਗਤੀ ਕਰਦੇ ਨਾ ਜੀ ਉਹ ਨਹੀਂ ਖਾਲੀ ਰਹਿੰਦੇ। ਗੱਜ ਕੇ ਕਹੋ ਵਾਹਿਗੁਰੂ ਵਾਹਿਗੁਰੂ। ਮਹਾਰਾਜ ਗੁਰੂ ਅੰਗਦ ਦੇਵ ਸਾਹਿਬ ਦੱਸ ਰਹੇ। ਮਹਾਰਾਜ ਕਹਿੰਦੇ ਭਗਤੀ ਵੀ ਇਸਤਰੀ ਰੂਪ ਹੈ, ਮਾਇਆ ਵੀ ਇਸਤਰੀ ਰੂਪ ਹੈ। ਤੇ ਮਹਾਰਾਜ ਕਹਿੰਦੇ ਇਸਤਰੀ ਨੇ ਇਸਤਰੀ ਨੂੰ ਕੀ ਪਰਮਾ ਲੈਣਾ? ਹਾਂਜੀ, ਇਸਤਰੀ ਕੋ ਇਸਤਰੀ ਨਾ ਪਰਮਾਵੈ। ਇਸਤਰੀ ਨੂੰ ਇਸਤਰੀ ਨਹੀਂ ਪਰਮਾ ਸਕਦੀ, ਪੁਰਸ਼ ਨੂੰ ਇਸਤਰੀ ਪਰਮਾ ਸਕਦੀ ਹੈ, ਪੁਰਸ਼ ਇਸਤਰੀ ਨੂੰ ਪਰਮਾ ਸਕਦਾ ਹੈ। ਹਾਂਜੀ, ਧਰ ਹੈ ਭਗਤ ਤਿਸ ਪ੍ਰਭੂ ਮਿਲਾਵੈ। ਇਸ ਕਰਕੇ ਜਿਹੜੇ ਤੇ ਕਰਦੇ ਕੇਵਲ ਭਗਤੀ ਉਹ ਤੇ ਸੰਗਤ ਜੀ ਰੱਬ ਨਾਲ ਮਿਲ ਜਾਂਦੇ ਤੇ ਬਚ ਜਾਂਦੇ। ਬੱਚਿਆਂ ਨੂੰ ਰੋਕੋ ਬਿਠਾਓ, ਉਹ ਤੇ ਬਚ ਜਾਂਦੇ ਜੀ। ਹਾਂਜੀ, ਮਾਇਆ ਨਟਨੀ ਚਾਤੁਰ ਛਲ ਤੇ। ਹਾਂਜੀ, ਸਭਨ ਪਰਮਾਏ ਲੇਤ ਨਿਜ ਬਲ ਤੇ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਬੜੀ ਛਲਣੀ ਹੈ, ਬੜੀ ਠੱਗ ਹੈਗੀ ਹੈ। ਮਹਾਰਾਜ ਕਹਿਣ ਲੱਗੇ ਪਰਮਾ ਲੈਂਦੀ ਬਾਕੀ ਸਾਰਿਆਂ ਨੂੰ। ਬੜੇ ਬੜੇ ਪਰਮਾਏ ਗਏ ਜੀ, ਕਿਸੇ ਨਾ ਕਿਸੇ ਚੀਜ਼ ਵਿੱਚ ਪਰਮਾਏ ਗਏ ਜੀ। ਹਾਂਜੀ, ਸੁਨ ਸਿੱਖਨ ਬੂਝੇ ਗੁਰ ਫੇਰ। ਹਾਂਜੀ,
ਇਨ ਚਤਰਨ ਕੋ ਰੂਪ ਬਡੇਰ। ਤੇ ਸੁਣ ਕੇ ਨਾ ਜੀ, ਸੁਣ ਕੇ ਤੇ ਫਿਰ ਉਸ ਸਮੇਂ ਸਿੱਖ ਜਿਹੜੇ ਆ ਉਹ ਮਹਾਰਾਜ ਨੂੰ ਬੇਨਤੀ ਕਰਨ ਲੱਗੇ, ਮਹਾਰਾਜ ਜਿਹੜਾ ਤੁਸੀਂ 4 ਚੀਜ਼ਾਂ ਕਹੀਆਂ, ਜੋਗ, ਬੈਰਾਗ ਤੇ ਮਹਾਰਾਜ ਸੱਚੇ ਪਾਤਸ਼ਾਹ ਗਿਆਨ, ਭਗਤੀ, ਮਹਾਰਾਜ ਇਹਨਾਂ 4ਾਂ ਦਾ ਰੂਪ ਦੱਸੋ ਸਾਨੂੰ, ਇਹ ਚਾਰੇ ਹੈ ਕੀ ਨੇ? ਹਾਂਜੀ, ਕਰ ਵਰਣਨ ਸਭ ਦਿਓ ਸਮਝਾਏ। ਮਹਾਰਾਜ ਧੰਨ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ, ਮਹਾਰਾਜ ਆਪ ਕਿਰਪਾ ਕਰੋ, ਸਾਨੂੰ ਦੱਸੋ ਸੱਚੇ ਪਾਤਸ਼ਾਹ। ਹਾਂਜੀ, ਜਿਸ ਤੇ ਹਮ ਪ੍ਰਾਪਤ ਹੋਏ ਜਾਏ। ਮਹਾਰਾਜ ਸਾਨੂੰ ਸਮਝ ਆ ਸਕੇ, ਅਸੀਂ ਰੱਬ ਨੂੰ ਮਿਲ ਸਕੀਏ। ਗੱਜ ਕੇ ਆਖੋ ਵਾਹਿਗੁਰੂ। ਹੁਣ ਤੁਸੀਂ ਹਿਸਾਬ ਲਾਓ ਵੀ ਇਹ ਤਿੰਨੋਂ ਸਿੱਖ ਕਿੱਡੇ ਸਿਆਣੇ ਆ ਜੀ। ਕੀ ਨਾਮ ਤਿੰਨਾਂ ਦਾ ਜੀ? ਭਾਈ ਦੀਪਾ ਜੀ, ਭਾਈ ਨਾਰਾਇਣ ਦਾਸ ਤੇ ਭਾਈ ਬੂਲਾ ਜੀ। ਮਹਾਰਾਜ ਸਾਨੂੰ ਦੱਸੋ ਅਸੀਂ ਕਿਵੇਂ ਰੱਬ ਨੂੰ ਮਿਲੀਏ? ਹਾਂਜੀ, ਜਨਮ ਮਰਨ ਕੋ ਬਾਹਰ ਨਾ ਪਾਏ। ਮਹਾਰਾਜ ਐਸੀ ਕਿਰਪਾ ਕਰੋ ਜੰਮਣਾ ਤੇ ਮਰਨਾ ਨਾ ਪਵੇ ਮਹਾਰਾਜ। ਹਾਂਜੀ, ਆਨੰਦ ਰੂਪ ਮੈਂ ਰਹਿ ਸਮਾਏ। ਸਦਾ ਆਨੰਦ ਹੀ ਬਣਿਆ ਰਵੇ। ਨਿਤਨੇਮ ਕਰਦਿਆਂ ਆਨੰਦ ਨਾ ਆਵੇ, ਪਾਠ ਕਰਦਿਆਂ ਆਨੰਦ ਨਾ ਆਵੇ, ਇੱਥੋਂ ਤੱਕ ਕਥਾ ਸੁਣਦਿਆਂ ਵੀ ਆਨੰਦ ਨਾ ਆਵੇ, ਬੰਦਾ ਕਹਿ ਦਿੰਦਾ ਆਨੰਦ ਨਹੀਂ ਆਇਆ ਜੀ। ਆਨੰਦ ਚਾਹੀਦਾ। ਹੇ ਗੁਰੂ ਅੰਗਦ ਦੇਵ ਸਾਹਿਬ, ਆਨੰਦ ਹੀ ਬਣਿਆ ਰਵੇ ਸਾਨੂੰ ਮਹਾਰਾਜ। ਹਾਂਜੀ, ਤਬ ਸ਼੍ਰੀ ਅੰਗਦ ਬਹਰ ਉਚਾਰਾ। ਫਿਰ ਧੰਨ ਗੁਰੂ ਅੰਗਦ ਦੇਵ ਮਹਾਰਾਜ ਗਰੀਬ ਨਵਾਜ ਜੀ ਨੇ ਅੱਗੋਂ ਕਿਰਪਾ ਕੀਤੀ ਜੀ। ਹਾਂਜੀ, ਇੱਕ ਬਿਰਾਗ ਹੈ ਉਭੈ ਪ੍ਰਕਾਰਾ। ਮਹਾਰਾਜ ਕਹਿੰਦੇ ਸਭ ਤੋਂ ਪਹਿਲਾਂ ਸਮਝ ਲਓ ਵੈਰਾਗ 2 ਤਰ੍ਹਾਂ ਦਾ ਹੁੰਦਾ, 2 ਤਰ੍ਹਾਂ ਦਾ ਜੀ। ਹਾਂਜੀ, ਇੱਕ ਮਨ ਕੋ ਇੱਕ ਤਨ ਕੋ ਹੋਤ। ਇੱਕ ਤੇ ਵੈਰਾਗ ਲੱਗ ਜਾਂਦਾ ਮਨ ਨੂੰ ਜੀ, ਇੱਕ ਤਨ ਨੂੰ ਜੀ। ਹੁਣ ਮਹਾਰਾਜ ਖੋਲਣਗੇ ਇਸ ਗੱਲ ਨੂੰ, ਗੱਜ ਕੇ ਆਖੋ ਵਾਹਿਗੁਰੂ। ਹਾਂਜੀ, ਵੱਡ ਭਾਗਨ ਤੇਰ ਦਾ ਉਦੋਤ। ਵੱਡੇ ਭਾਗਾਂ ਵਾਲਾ ਜਿਹੜਾ ਹੁੰਦਾ ਨਾ ਜੀ, ਉਹਦੇ ਮਨ ਨੂੰ ਵੈਰਾਗ ਲੱਗਦਾ ਜੀ। ਵੈਰਾਗ ਕੀ ਹੈ ਸਮਝਿਓ। ਮਨ ਸੰਸਾਰ ਵਾਲੇ ਪਾਸਿਓਂ ਉਦਾਸ ਹੋ ਜਾਣਾ ਤੇ ਰੱਬ ਦੀ ਭਗਤੀ ਕਰਨ ਲੱਗ ਪੈਣਾ ਜੀ। ਜਦੋਂ ਮਨ ਨੂੰ ਕੋਈ ਗੱਲ ਨਾ ਚੰਗੀ ਲੱਗੇ, ਸਮਝੋ ਵੈਰਾਗ ਹੈ। ਤੇ ਵਾਹਿਗੁਰੂ ਦਾ ਨਾਮ ਨਾਲ ਚੰਗਾ ਲੱਗੇ। ਹੁਣ ਆਪਾਂ ਨੂੰ ਵੇਖ ਲਈਏ, ਵੈਰਾਗ ਦੀ ਥਾਂ ਤੇ ਕੁਝ ਹੋਰ ਹੀ ਹੋਇਆ ਹੋਣਾ ਜੀ। ਕਿਉਂ ਭਲਾ? ਕਿਉਂਕਿ ਨਾਮ ਤੇ ਚੰਗਾ ਨਹੀਂ ਲੱਗਦਾ ਜੀ, ਤੇ ਹੋਰ ਬੜਾ ਕੁਝ ਚੰਗਾ ਲੱਗਦਾ ਜੀ। ਇਹਦਾ ਮਤਲਬ ਵੈਰਾਗ ਨਹੀਂ ਹੋਇਆ। ਵੈਰਾਗ ਦੀ ਥਾਂ ਤੇ ਸਗੋਂ ਕੁਝ ਹੋਰ ਹੋ ਗਿਆ ਜੀ। ਸਾਨੂੰ ਬ੍ਰਹਮ ਗਿਆਨ ਵਾਸਤੇ ਸਭ ਤੋਂ ਜ਼ਰੂਰੀ 'ਚ ਪਹਿਲਾ ਲੱਛਣ ਵੈਰਾਗ। ਜਿੰਨੇ ਬ੍ਰਹਮ ਗਿਆਨੀ ਹੋਏ ਆ ਨਾ, ਇਹਨਾਂ ਦਾ ਪਹਿਲਾ ਲੱਛਣ ਵੈਰਾਗ 'ਚ। ਮਹਾਰਾਜ ਕਹਿੰਦੇ ਬਿਨ ਵੈਰਾਗ ਨਾ ਛੂਟ ਸਮਾਇਆ। ਜਿੰਨਾ ਚਿਰ ਤੱਕ ਵੈਰਾਗ ਨਹੀਂ ਹੈ, ਮਾਇਆ ਨਹੀਂ ਛੁੱਟਦੀ ਜੀ। ਜਿੰਨਾ ਚਿਰ ਤੱਕ ਵੈਰਾਗ ਨਹੀਂ। ਹੁਣ ਇੱਕ ਹੈ ਸਰੀਰ ਦਾ ਵੈਰਾਗ, ਇੱਕ ਹੈ ਮਨ ਦਾ ਵੈਰਾਗ। ਹੁਣ ਉਹ ਸੁਣਿਓ। ਹਾਂਜੀ, ਸਕਲ ਪਦਾਰਥੇ ਤਿਆਗਨ ਕਰੈ। ਧਨ ਬਨਤਾ ਸੁਤ ਸਭ ਪਰ ਹਰੈ। ਜਿਨ੍ਹਾਂ ਨੂੰ ਤੇ ਸਰੀਰ ਦਾ ਵੈਰਾਗ ਲੱਗਦਾ ਜੀ, ਉਹ ਚੀਜ਼ਾਂ ਵੀ ਛੱਡ ਦਿੰਦੇ, ਧਨ ਵੀ ਛੱਡ ਦਿੰਦੇ, ਘਰ ਵਾਲੀ ਵੀ ਛੱਡ ਦਿੰਦੇ, ਪੁੱਤਰਾਂ ਨੂੰ ਵੀ ਛੱਡ ਦਿੰਦੇ। ਹਾਂਜੀ, ਹੱਠ ਕਰ ਬਾਹਰ ਕੋ ਤਜ ਦੇਤ। ਸਭ ਕੁਝ ਛੱਡ ਦਿੰਦੇ ਤੇ ਬਾਹਰ ਜੰਗਲਾਂ 'ਚ ਚਲੇ ਜਾਂਦੇ ਭਗਤੀ ਕਰਨ ਵਾਸਤੇ ਜੀ। ਹਾਂਜੀ, ਰਹਿ ਵਾਸ਼ਨਾ ਹਿਰਦੇ ਨਿਕੇਤ। ਪਰ ਧੰਨ ਗੁਰੂ ਅੰਗਦ ਦੇਵ ਮਹਾਰਾਜ ਕਹਿੰਦੇ ਮੇਰੇ ਪਿਆਰਿਓ, ਉਹ ਭਗਤੀ ਕਰਨ ਬਾਹਰ ਤੇ ਜਾਂਦੇ, ਪਰ ਮਨ ਫਿਰ ਗਲਤ ਸੋਚਾਂ ਸੋਚਦਾ ਜੀ। ਮਹਾਰਾਜ ਬਾਣੀ 'ਚ ਕਹਿੰਦੇ ਗ੍ਰਹਿਓ ਤਜ ਬਨ ਖੰਡ ਜਾਈਐ, ਚੁਣ ਖਾਈਐ ਕੰਧਾ, ਅਜਹੂ ਬੇਕਾਰ ਨਾ ਛੋੜਈ ਪਾਪੀ ਮਨ ਮੰਦਾ।
ਘਰੋਂ ਤੁਰਿਆ ਸੀ ਤਪ ਕਰਨ ਵਾਸਤੇ, ਘਰੋਂ ਤੁਰਿਆ ਸੀ ਗੁਰੂ ਘਰ ਆਉਣ ਵਾਸਤੇ। ਪਿਆਰਿਓ, ਸਭ ਕੁਝ ਛੱਡ ਕੇ ਆਇਆ, ਪਰ ਜੰਗਲ 'ਚ ਬੈਠਿਆਂ ਵੀ ਜਦੋਂ ਭਗਤੀ ਕਰਦਾ, ਫੁਰਨੇ ਕਾਮ ਤੇ ਕ੍ਰੋਧ ਦੇ ਹੀ ਚੱਲਦੇ ਐ। ਹੁਣ ਆਪਾਂ ਆਪਣੇ ਵੱਲ ਆਈਏ। ਘਰੋਂ ਆਏ ਗੁਰਦੁਆਰੇ, ਵੀ ਗੁਰੂ ਘਰ ਜਾ ਕੇ ਕੋਈ ਸਤਿਗੁਰੂ ਦੀ ਗੱਲ ਸੁਣਾਂਗੇ, ਕੋਈ ਰੱਬ ਦੀ ਗੱਲ ਸੁਣਾਂਗੇ, ਕੋਈ ਬਾਣੀ ਪੜਾਂਗੇ। ਪਰ ਗੁਰਦੁਆਰੇ ਆ ਕੇ ਵੀ ਸੰਸਾਰ ਦੀਆਂ ਹੀ ਗੱਲਾਂ ਜੇ ਕਰੀ ਜਾਣੀਆਂ ਨਾ ਜੀ, ਤੇ ਫਿਰ ਮਹਾਰਾਜ ਕਹਿੰਦੇ ਬੈਠਾ ਰਹੋ ਘਰ ਹੀ। ਫਿਰ ਤੇ ਉਹ ਗੱਲ ਹੋ ਗਈ ਜੀ। ਬਾਹਰੋਂ ਛੱਡਦਾ, ਮਨੋਂ ਨਾ ਛੱਡਿਆ, ਇਹ ਹੈਗਾ ਬਾਹਰ ਦਾ ਬੈਰਾਗ। ਬਾਹਰ ਦਾ ਬੈਰਾਗ, ਮਨ ਫਿਰ ਉਹੋ ਜਿਹਾ ਹੀ ਜੀ। ਤੇ ਮਹਾਂਪੁਰਖਾਂ ਨੇ ਜਦੋਂ ਪੜ੍ਹਾਇਆ ਤੇ 3 ਤਰ੍ਹਾਂ ਦਾ ਬੈਰਾਗ ਪੜ੍ਹਾਇਆ। ਇੱਕ 'ਚ ਖੋਤਾ ਬੈਰਾਗ, ਇੱਕ 'ਚ ਘੋੜਾ ਬੈਰਾਗ, ਤੇ ਇੱਕ ਹੈ ਸ਼ੇਰ ਬੈਰਾਗ। ਇਹ ਗੱਲ ਨੂੰ ਧਿਆਨ ਨਾਲ ਸਮਝਿਓ। ਬੈਰਾਗ ਹੋ ਗਿਆ ਖੋਤੇ ਨੂੰ ਜੀ, ਖੋਤਾ ਘਰ ਛੱਡ ਕੇ ਭੱਜ ਗਿਆ ਜੀ। ਹਾਂਜੀ, ਤੇ ਜਦੋਂ ਘਰ ਛੱਡ ਕੇ ਭੱਜਿਆ ਤੇ ਕੁਝ ਸਮਾਂ ਤੇ ਬਾਹਰ ਰਿਹਾ, ਵਾਹ ਇੱਧਰ ਉੱਧਰ ਸਿਰ ਮਾਰਿਆ, ਮੌਜਾਂ ਲਈਆਂ, ਪਰ ਸਮੇਂ ਬਾਅਦ ਫਿਰ ਆਪੇ ਹੀ ਆਪਣੇ ਮਾਲਕ ਕੋਲ ਆ ਗਿਆ ਜੀ। ਇਹ ਬੰਦੇ ਦਾ ਹਾਲ ਹੈ। ਕਈ ਵਾਰੀ ਸਾਨੂੰ ਬੈਰਾਗ ਹੁੰਦਾ ਜੀ, ਛੱਡੋ ਪਰਾਂ, ਇਹ ਸਾਰਾ ਕੁਝ ਹੈ ਹੀ ਮਾੜਾ, ਅਸੀਂ ਤੇ ਰੱਬ ਨੂੰ ਮਿਲਣਾ ਜੀ। ਬੰਦਾ ਇਸ ਬੰਨੇ ਤੁਰਦਾ, ਪਰ ਥੋੜਾ ਚਿਰ ਤੁਰ ਕੇ ਫਿਰ ਮੁੜ ਸੰਸਾਰ ਵਿੱਚ ਹੀ ਜੀ। ਇਹਨੂੰ ਕਹਿੰਦੇ ਗਧਾ ਬੈਰਾਗ, ਗਧਾ ਬੈਰਾਗ। ਤੇ ਇੱਕ ਘੋੜਾ ਬੈਰਾਗ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਘੋੜਾ ਬੈਰਾਗ ਕਿਹੜਾ ਹੁੰਦਾ ਭਲਾ? ਘੋੜਾ ਰੁੱਸ ਕੇ ਚਲੇ ਜਾਣਾ ਜੀ, ਘੋੜਾ ਛੇਤੀ ਘਰ ਨਹੀਂ ਆਉਂਦਾ ਜੀ। ਘੋੜੇ ਦਾ ਮਾਲਕ ਜਾਏਗਾ, ਘੋੜੇ ਦੇ ਮਗਰ ਜਾਏਗਾ, ਲੱਭੇਗਾ, ਹੱਥ ਫੇਰੇਗਾ, ਦਾਣਾ ਪਾਏਗਾ, ਪੁਚਕਾਰੇਗਾ, ਹੌਲੀ ਹੌਲੀ ਪ੍ਰੇਮ ਨਾਲ ਘਰ ਲੈ ਆਉਂਦਾ ਜੀ। ਕਈ ਵਾਰੀ ਸਾਨੂੰ ਬੈਰਾਗ ਹੋ ਜਾਂਦਾ ਜੀ। ਹਾਂਜੀ, ਤਾਂ ਜਦੋਂ ਬੈਰਾਗ ਹੁੰਦਾ ਜੀ ਤੇ ਆਪਾਂ ਘਰ ਛੱਡ ਕੇ ਜਾਂਦੇ ਆ। ਜਾਂ ਮੰਨ ਲਓ ਆਪਾਂ ਕਹਿੰਦੇ ਵੀ ਕੁਝ ਨਹੀਂ ਚੰਗਾ ਲੱਗਦਾ, ਰੱਬ ਦਾ ਹੀ ਨਾਮ ਚੰਗਾ ਲੱਗਦਾ, ਪਰ ਜਦੋਂ ਘਰ ਵਾਲੇ ਆ ਕੇ ਪਿਆਰ ਵਾਲੀਆਂ ਗੱਲਾਂ ਕਰਦੇ ਆ, ਨਹੀਂ ਜੀ ਤੁਹਾਡੇ ਤੋਂ ਬਗੈਰ ਤੇ ਸਾਡਾ ਗੁਜ਼ਾਰਾ ਨਹੀਂ ਹੈਗਾ ਜੀ। ਹਾਂਜੀ, ਘਰ ਵਾਲੇ ਜਦੋਂ ਕਰਦੇ ਨਾ ਪਿਆਰ ਵਾਲੀਆਂ ਗੱਲਾਂ, ਤੇ ਬੰਦਾ ਹੌਲੀ 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 ਫਿਰ ਰੱਬ ਦਾ ਪਾਸਾ ਛੱਡ ਕੇ ਤੇ ਸੰਸਾਰੀ ਬਣ ਜਾਂਦਾ ਜੀ। ਇਹਨੂੰ ਕੀ ਕਹਿੰਦੇ ਜੀ? ਇਹਨੂੰ ਕਹਿੰਦੇ ਘੋੜਾ ਬੈਰਾਗ। ਤੇ ਇੱਕ ਮਹਾਂਪੁਰਖਾਂ ਨੇ ਦੱਸਿਆ ਸ਼ੇਰ ਬੈਰਾਗ। ਸ਼ੇਰ ਪਹਿਲੀ ਗੱਲ ਤੇ ਫੜਿਆ ਨਹੀਂ ਜਾਂਦਾ ਜੀ। ਫੜਿਆ ਜਾਵੇ, ਇੱਕ ਵਾਰ ਪਿੰਜਰੇ 'ਚ ਪੈ ਜਾਵੇ ਤੇ ਪਿੰਜਰੇ 'ਚੋਂ ਛੁੱਟ ਜਾਵੇ ਜੀ ਕਿਸੇ ਤਰੀਕੇ ਨਾਲ, ਤੇ ਮੁੜ ਬੰਦਾ ਜਿੰਨਾ ਮਰਜ਼ੀ ਯਤਨ ਕਰੇ, ਸ਼ੇਰ ਨਹੀਂ ਵਾਪਸ ਆਉਂਦਾ ਜੀ। ਇਸੇ ਹੀ ਤਰ੍ਹਾਂ ਗੁਰਮੁਖ ਪਹਿਲੀ ਗੱਲ ਪੂਰਬਲੀ ਭਗਤੀ ਕਰਕੇ ਸੰਸਾਰਕ ਬੰਧਨਾਂ 'ਚ ਨਹੀਂ ਆਉਂਦੇ। ਪੈ ਵੀ ਜਾਣ, ਦੂਜੀ ਵਾਰੀ ਜਦੋਂ ਛੁੱਟਦੇ ਆ ਨਾ, ਫਿਰ ਤੇ ਕਿਸੇ ਕੀਮਤ ਤੇ ਮੁੜ ਉਸ ਪਾਸੇ ਆਉਂਦੇ ਹੀ ਨਹੀਂ ਜੀ। ਕਾਰ ਸੇਵਾ ਵਾਲਿਆਂ ਮਹਾਂਪੁਰਖਾਂ ਦੇ ਵਿੱਚ ਇੱਕ ਮਹਾਂਪੁਰਖ ਐਸੇ ਹੁੰਦੇ ਜਿਨ੍ਹਾਂ ਨੂੰ ਨੇਮੀ ਕਹਿੰਦੇ, ਨੇਮੀ ਜੀ। ਉਹਨਾਂ ਦਾ ਹਿਸਾਬ ਪਤਾ ਕੀ ਹੁੰਦਾ ਜੀ? ਇੱਕ ਵਾਰੀ ਘਰੋਂ ਆ ਜਾਂਦੇ, ਮੁੜ ਜਾਂਦੇ ਹੀ ਨਹੀਂ ਉਸ ਪਾਸੇ ਜੀ। ਬਾਬਾ ਦੇਵਾ ਸਿੰਘ ਜੀ ਹੋਏ ਚੋਲਾ ਸਾਹਿਬ ਵਾਲੇ, ਉਹ ਇੱਕ ਵਾਰੀ ਤੁਰੇ ਜਾਣ ਤੇ ਵਿਦਿਆਰਥੀਆਂ ਆਪਣੇ ਨਾਲ ਦੇ ਸਾਥੀਆਂ ਨੂੰ ਕਹਿਣ ਲੱਗੇ ਵਾਹਿਗੁਰੂ ਉਹਨਾਂ ਤੇ ਕੁਝ ਨਾ ਕਿਹਾ। ਸਾਥੀ ਕਹਿਣ ਲੱਗੇ ਜੀ ਇਸ ਗਲੀ 'ਚ ਤੁਹਾਡਾ ਘਰ ਹੁੰਦਾ ਸੀ। ਕਹਿੰਦੇ ਭਾਈ ਇੱਕ ਵਾਰੀ ਆਏ ਸੰਤਾਂ ਕੋਲ, ਮੁੜ ਉਸ ਪਾਸੇ ਗਏ ਹੀ ਨਹੀਂ ਕਦੀ। ਗੱਜ ਕੇ ਆਖੋ ਵਾਹਿਗੁਰੂ। ਇੱਕ ਇਹਦੇ ਤੋਂ ਵੀ ਉੱਪਰਲਾ ਬੈਰਾਗ 'ਚ
ਉਹ ਕੀ ਹੈ? ਵਿੱਚੇ ਗ੍ਰਹਿ ਸਦਾ ਰਹਿ ਉਦਾਸੀ, ਜਿਉ ਕਮਲ ਰਹੇ ਵਿੱਚ ਪਾਣੀ ਹੈ। ਰਹਿਣਾ ਘਰ ਵਿੱਚ ਹੀ, ਧੀਆਂ ਪੁੱਤਰਾਂ ਦੇ ਵਿੱਚ ਰਹਿਣਾ, ਪਰ ਉਹਨਾਂ ਦੇ ਵਿੱਚ ਰਹਿੰਦਿਆਂ ਰਹਿੰਦਿਆਂ ਵੀ ਧਿਆਨ ਵਾਹਿਗੁਰੂ ਦੇ ਨਾਲ ਲਾ ਕੇ ਰੱਖਣਾ ਜੀ। ਮਹਾਰਾਜ ਗਰੀਬ ਨਵਾਜ ਕਹਿੰਦੇ ਇੱਕ ਬੈਰਾਗ ਜਿਹੜਾ ਉੱਪਰਦਾ ਨਾ, ਬੰਦਾ ਘਰ ਬਾਹਰ ਤੇ ਛੱਡ ਦਿੰਦਾ, ਮਨੋ ਵਿਕਾਰ ਨਹੀਂ ਛੱਡੇ ਜਾਂਦੇ। ਹਾਂਜੀ। ਦੂਸਰ ਬ੍ਰਹਮ ਲੋਕ ਲਓ ਸਾਰੇ। ਦੂਜਾ ਜਿਹੜਾ ਦੂਜਾ ਹੈ ਨਾ ਬੈਰਾਗ, ਮਹਾਰਾਜ ਕਹਿੰਦੇ ਉਹ ਰੱਬ ਦੇ ਪੁਰਸ਼ਾਂ ਨੂੰ ਹੁੰਦਾ, ਰੱਬ ਦੇ ਪੁਰਸ਼ਾਂ ਨੂੰ। ਹਾਂਜੀ। ਬਾਇਸ ਬਿਸ਼ਟਾ ਸਮ ਨਿਰਧਾਰੇ। ਸੰਸਾਰੀ ਚੀਜ਼ਾਂ ਨੂੰ ਉਹ ਇੰਝ ਸਮਝਦੇ ਜਿਵੇਂ ਕਾਂ ਦੀ ਵਿੱਠ ਹੁੰਦੀ ਹੈ ਜੀ। ਕਾਂ ਦੀ ਵਿੱਠ ਨੂੰ ਆਪਾਂ ਕੀ ਜਾਣਦੇ ਹਾਂ? ਬਸ ਜਿਵੇਂ ਕਾਂ ਦੀ ਵਿੱਠ ਨੂੰ ਆਪਾਂ ਸੁੱਟ ਦਿੰਨੇ ਆ, ਉਵੇਂ ਰੱਬ ਦੇ ਪਿਆਰੇ ਮਹਾਂਪੁਰਖ ਸਾਰੀਆਂ ਚੀਜ਼ਾਂ ਨੂੰ ਹੀ ਕਾਂ ਦੀ ਵਿੱਠ ਸਮਝਦੇ ਜੀ। ਹਾਂਜੀ। ਹਿਰਦੇ ਵਾਸ਼ਨਾ ਕਿਉਂ ਹੋ ਨਾ ਧਰੈ। ਤੇ ਫਿਰ ਮਨ ਵਿੱਚ ਕੋਈ ਰੱਬ ਤੋਂ ਬਗੈਰ ਦੂਜਾ ਖਿਆਲ ਨਹੀਂ ਉਹ ਲਿਆਂਦੇ ਜੀ। ਹਾਂਜੀ। ਸੁਪਨ ਸਮਾਨ ਜਾਨ ਪਰ ਹਰੈ। ਸੰਸਾਰ, ਮਾਇਆ, ਪਦਾਰਥ, ਧੰਨ ਗੁਰੂ ਅੰਗਦ ਦੇਵ ਸਾਹਿਬ ਕਹਿਣ ਲੱਗੇ ਉਹ ਰੱਬ ਦੇ ਪਿਆਰੇ ਸੁਪਨੇ ਵਾਂਗੂ ਸਮਝਦੇ ਜੀ ਇਹਨਾਂ ਚੀਜ਼ਾਂ ਨੂੰ ਜੀ। ਹੁਣ ਕਿੱਡੀ ਵੱਡੀ ਅਵਸਥਾ ਜੀ ਹੈ, ਗੱਜ ਕੇ ਆਖੋ ਵਾਹਿਗੁਰੂ। ਚਲੋ ਕਥਾ ਕਰ ਲੈਣੀ ਗੱਲ ਹੋਰ ਹੈ, ਅਵਸਥਾ ਕਿੱਡੀ ਵੱਡੀ ਹੈ। ਹਾਂਜੀ। ਪਾਏ ਪਦਾਰਥ ਪਰਾ ਲਬਧ ਤੇ। ਜੇ ਕੋਈ ਚੀਜ਼ ਮਿਲ ਜਾਵੇ ਤੇ ਉਹ ਫਿਰ ਇਹ ਸਮਝਦੇ ਆ ਵੀ ਇਹ ਮੇਰੀ ਪਰਾ ਲਬਧ ਹੈ, ਕਰਮਾਂ 'ਚ ਲਿਖੀ ਹੈ, ਤਾਂ ਮਿਲੀ ਹੈ। ਹਾਂਜੀ। ਭੋਗਤ ਹੈ ਪਰ ਮਨ ਨਹਿ ਬੰਧ ਤੇ। ਮਹਾਰਾਜ ਗੁਰੂ ਅੰਗਦ ਦੇਵ ਸਾਹਿਬ ਕਹਿੰਦੇ ਪਿਆਰਿਓ ਉਹ ਰੱਬ ਦੇ ਪਿਆਰੇ ਚੀਜ਼ਾਂ ਵਰਤਦੇ ਪਰ ਮਨ ਨਹੀਂ ਉਹਨਾਂ ਵਿੱਚ ਵਾੜਦੇ ਆਪਣਾ ਜੀ। ਆਪਾਂ ਗੱਡੀ ਵਿੱਚ ਬੈਠੇ ਹੁੰਦੇ, ਮਨ ਨਾਲ ਹੀ ਗੱਡੀ ਬਣਿਆ ਹੁੰਦਾ ਜੀ। ਰੱਬ ਦੇ ਪਿਆਰੇ ਵਾੜਦੇ ਵਾਹਿਗੁਰੂ ਚੀਜ਼ਾਂ ਵਰਤਦੇ ਆ, ਪਰ ਮਨ ਜਿਹੜਾ ਉਹਨਾਂ ਦਾ ਨਾਮ ਵਿੱਚ ਰਹਿੰਦਾ ਜੀ। ਹਾਂਜੀ। ਨਿਜ ਸਰੂਪ ਦਿਸ਼ ਬਿਰਤੀ ਲਗਾਵੈ, ਵਿਸ਼ੇ ਵਾਸ਼ਨਾ ਤੇ ਉਲਟਾਵੈ। ਧਿਆਨ ਨਿਜ ਸਰੂਪ ਵਿੱਚ ਲਾ ਕੇ ਰੱਖਦੇ। ਧਿਆਨ ਕਿਹਦੇ ਵਿੱਚ ਲਾਉਂਦੇ ਜੀ? ਵਾਹਿਗੁਰੂ ਦੇ ਨਾਮ ਵਿੱਚ। ਵਿਸ਼ੇ ਵਾਸ਼ਨਾ ਤੋਂ ਮਨ ਦੂਰ ਰੱਖਦੇ ਜੀ। ਕਹੋ ਪ੍ਰੇਮ ਨਾਲ ਵਾਹਿਗੁਰੂ 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 ਵਾਹਿਗੁਰੂ। ਬਸ ਉਹ ਅੱਠੇ ਪੈਰ ਹੀ ਲਾ ਕੇ ਰੱਖਦੇ ਧਿਆਨ। ਹੈ ਤਥਾ ਜੋਗ ਵੀ ਦੋ ਪ੍ਰਕਾਰ। ਬਸ ਜਿਵੇਂ ਬੈਰਾਗ ਦੋ ਤਰ੍ਹਾਂ ਦਾ, ਬਾਹਰ ਵਾਲਾ ਤੇ ਅੰਦਰ ਵਾਲਾ। ਮਨੋ ਮਾੜੇ ਕੰਮ ਛੱਡਣੇ, ਅਸਲੀ ਬੈਰਾਗ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਜੋਗ ਵੀ ਦੋ ਤਰ੍ਹਾਂ ਦਾ। ਹਾਂਜੀ। ਇੱਕ ਤੋਂ ਕਸ਼ਟ ਜੋਗ ਉਰ ਧਾਰ। ਇੱਕ ਤਾਂ ਹੈਗਾ ਕਸ਼ਟ ਜੋਗ ਜੀ, ਸਰੀਰ ਨੂੰ ਪਕਾਉਣਾ, ਬੜੀ ਖੇਚਲ ਕਰਨੀ ਜੀ। ਹਾਂਜੀ। ਯਮ ਨਿਮਾਦ ਅਸ਼ਟ ਹੈ ਅੰਗ। ਉਹਦੇ 8 ਅੰਗ ਨੇ, 8 ਤਰ੍ਹਾਂ ਦਾ ਚ ਕਸ਼ਟ ਜੋਗ ਜਿਹੜਾ। ਹਾਂਜੀ। ਸਕਲ ਕਾਹੇ ਬਹੁ ਵਧੇ ਪ੍ਰਸੰਗ। ਮਹਾਰਾਜ ਕਹਿੰਦੇ ਸਿੱਖੋ, ਜੇ ਮੈਂ ਸਾਰਾ ਤੁਹਾਨੂੰ ਦੱਸਾਂ ਸਮਾਂ ਬੜਾ ਲੱਗ ਜਾਣਾ। ਹਾਂਜੀ। ਦੂਸਰ ਰੂਪ ਸੁਨੋ ਤਿਸ ਭੇਤ। ਦੂਸਰਾ ਸੁਣੋ, ਜਿਹੜਾ ਜੋਗ ਹੈ ਨਾ ਉਹ ਦੂਸਰਾ ਸੁਣੋ। ਹਾਂਜੀ। ਰੋਕ ਵਾਸ਼ਨਾ ਤੇ ਮਨ ਲੇਤ। ਉਹ ਜੋਗ ਕੀ ਹੈ? ਮਨ ਨੂੰ ਮਾੜੇ ਪਾਸਿਓਂ ਰੋਕਣਾ ਸਭ ਤੋਂ ਔਖਾ ਕੰਮ ਹੈ। ਗੱਜ ਕੇ ਆਖੋ ਵਾਹਿਗੁਰੂ। ਧਰਮ ਦੀ ਜਿਹੜੀ ਸਾਧਨਾ ਹੈ ਨਾ, ਇਹਦੇ ਵਿੱਚ ਪਹਿਲਾਂ ਸਰੀਰ ਟਿਕਾਇਆ ਜਾਂਦਾ, ਫਿਰ ਸੰਗਤ ਜੀ ਮਨ ਟਿਕਾਇਆ ਜਾਂਦਾ। 1 ਘੰਟਾ ਕਥਾ ਸੁਣਨੀ ਹੈ, ਉਹਦੇ ਵਾਸਤੇ ਪਹਿਲਾਂ ਸਰੀਰ ਟਿਕਾਉਣਾ ਪੈਣਾ, ਤੇ ਫਿਰ ਸਹਿਜੇ ਸਹਿਜੇ ਮਨ ਵੀ ਟਿਕਦਾ ਜੀ। ਮਹਾਰਾਜ ਕਹਿੰਦੇ ਮਨ ਨੂੰ ਵਾਸ਼ਨਾ ਵਾਲੇ ਪਾਸਿਓਂ ਰੋਕਣਾ।
ਹਾਂਜੀ। ਸਤਿਗੁਰ ਸ਼ਬਦ ਸਦੀਵ ਵਿਚਾਰੈ। ਤੇ ਇੱਕ ਕੰਮ ਕਰਨਾ, ਗੁਰੂ ਦੇ ਸ਼ਬਦ ਦੀ ਵਿਚਾਰ ਕਰੀ ਜਾਣੀ ਜੀ। ਮੇਰੇ ਕੋਲ ਸਿੰਘ ਸੀਗਾ ਇੱਕ, ਗੁਰੂ ਸਾਹਿਬ ਦੀ ਉਹਦੇ ਤੇ ਮਿਹਰ ਹੋਣੀ ਸ਼ੁਰੂ ਹੋਈ। ਜਪਜੀ ਸਾਹਿਬ ਕਰਦਿਆਂ ਨਾ ਉਹ ਜਪਜੀ ਸਾਹਿਬ ਦੇ ਅਰਥਾਂ ਵਾਲੇ ਪਾਸੇ ਆਉਣ ਲੱਗ ਪਿਆ ਜੀ। ਤੇ ਕਈ ਵਾਰੀ ਉਹਨੇ ਜਪਜੀ ਸਾਹਿਬ ਦੀ ਪੌੜੀ ਦੇ ਆਪੇ ਹੀ ਅਰਥ ਕਰ ਦੇਣੇ, ਬੜੇ ਵਧੀਆ ਕਰ ਦੇਣੇ ਜੀ। ਮੈਂ ਉਹਨੂੰ ਪੁੱਛਿਆ ਵੀ ਤੈਨੂੰ ਕਿਵੇਂ ਆਉਂਦਾ ਸਾਰਾ ਕੁਝ? ਕਹਿਣ ਲੱਗਾ ਜੀ ਮੈਂ ਸੋਚਦਾ ਰਹਿਣਾ ਤੇ ਤਾਂ ਕਹਿਣ ਲੱਗਾ ਮਨ ਮੈਂ ਇਸ ਪਾਸੇ ਲਾ ਕੇ ਰੱਖਦਾ। ਮਹਾਰਾਜ ਕਹਿਣ ਲੱਗੇ ਗੁਰੂ ਦੇ ਸ਼ਬਦ ਦੀ ਵਿਚਾਰ ਵਿੱਚ ਮਨ ਲਾ ਲੈਣਾ। ਹਾਂਜੀ। ਜੀਵ ਬ੍ਰਹਮ ਇਕਤਾ ਨਿਰਧਾਰੈ। ਹੌਲੀ ਹੌਲੀ ਆਪਣੇ ਆਪ ਨੂੰ ਰੱਬ ਨਾਲ ਜੋੜਨ ਦਾ ਪੂਰਾ ਪ੍ਰੋਗਰਾਮ ਬਣਾਵੇ ਬੰਦਾ ਜੀ। ਹਾਂਜੀ। ਆਤਮ ਬਿਖੈ ਜੁਟੀ ਬ੍ਰਿਤ ਰਹੈ, ਸ੍ਰੇਸ਼ਟ ਪਰਮ ਜੋਗ ਏਕ ਹੈ। ਬਸ ਆਤਮਾ ਰੱਬ ਵਿੱਚ ਜੁੜੀ ਰਵੇ, ਇਹੋ ਹੀ ਜੋਗ ਹੈਗਾ। ਜੋਗ ਮਤਲਬ ਪਲੱਸ ਜੀ, ਇਹੋ ਹੀ ਪਲੱਸ ਹੈ, ਇਹੋ ਹੀ ਜੋਗ ਹੈ। ਹਾਂਜੀ। ਵਾਸਤਵ ਨਿਜ ਸਰੂਪ ਕੋ ਜਾਣੈ, ਇਸ ਕੋ ਗਿਆਨੀ ਗਿਆਨ ਬਖਾਨੈ। ਤੇ ਇੱਕ ਸੀਗਾ ਵੈਰਾਗ, ਦੂਜਾ ਸੀ ਜੋਗ, ਤੀਜਾ ਸੀ ਗਿਆਨ। ਤੇ ਅਸਲ ਗਿਆਨ ਕਿਹੜਾ? ਮਹਾਰਾਜ ਕਹਿੰਦੇ ਪਿਆਰਿਓ, ਅਸਲੀ ਗਿਆਨ ਹੈਗਾ ਬੰਦਾ ਇਹ ਸਮਝ ਲੈ ਵੀ ਮੈਂ ਕੀ ਹਾਂ। ਇਹ ਤੇ ਪਤਾ ਨਹੀਂ ਹੈ ਮੈਂ ਕੀ ਹਾਂ, ਤਾਂ ਹੋਰ ਵੱਡੀਆਂ ਕਿਤਾਬਾਂ ਯਾਦ ਕਰੀ ਬੈਠਾ ਬੰਦਾ ਜੀ। ਹਾਂਜੀ। ਚੌਥੀ ਭਗਤ ਰੂਪ ਸੁਨ ਲੇਹੋ। ਚੌਥਾ ਸੁਣੋ, ਜਿਹੜਾ ਸਭ ਤੋਂ ਵਧੀਆ ਕੰਮ ਹੈ, ਗੱਜ ਕੇ ਆਖੋ ਵਾਹਿਗੁਰੂ। ਸਾਰੇ ਜਿੰਨੇ ਬੈਠੇ ਗੱਜ ਕੇ ਵਾਹਿਗੁਰੂ। ਜਿਹੜਾ ਸਭ ਤੋਂ ਵਧੀਆ ਕੰਮ ਹੈ, ਮਹਾਰਾਜ ਕਹਿੰਦੇ ਉਹ ਹੈ ਭਗਤੀ। ਹਾਂਜੀ। ਕਲੀ ਕਾਲ ਇਹ ਮੁਖ ਲਖੇ ਹੋ। ਕਲ ਯੁੱਗ ਦੇ ਵਿੱਚ ਨਾ ਗਿਆਨ ਵੱਡਾ, ਨਾ ਜੋਗ ਵੱਡਾ, ਨਾ ਵੈਰਾਗ ਵੱਡਾ ਜੀ। ਕਲ ਯੁੱਗ ਵਿੱਚ ਸਭ ਤੋਂ ਵੱਡੀ ਹੈ ਭਗਤੀ। ਹਾਂਜੀ। ਵਾਹਿਗੁਰੂ ਕੀ ਜੈ ਨਿਜ ਸੁਆਮੀ, ਸਕਲ ਸ਼ਕਤ ਯੁਤ ਅੰਤਰਜਾਮੀ। ਉਹ ਕਿਵੇਂ ਕਰਨੀ ਹੈ? ਸਭ ਤੋਂ ਪਹਿਲਾਂ ਵਾਹਿਗੁਰੂ ਨੂੰ ਆਪਣਾ ਮਾਲਕ ਬਣਾਉਣਾ ਜੀ। ਹੁਣ ਮੇਰਾ ਮਾਲਕ ਤੇ ਕੋਈ ਬੰਦਾ ਹੈ, ਤੇ ਦੱਸੋ ਫਿਰ ਰੱਬ ਕਿਵੇਂ ਮਿਲੇਗਾ ਜੀ? ਆਪਣਾ ਮਾਲਕ ਵਾਹਿਗੁਰੂ ਨੂੰ ਸਮਝਣਾ, ਰੱਬ ਮੇਰਾ ਮਾਲਕ ਹੈ। ਹਾਂਜੀ। ਆਪ ਬਨਹਿ ਦਾਰਾ ਪ੍ਰਭ ਕੇਰੀ। ਤੇ ਮਹਾਰਾਜ ਕਹਿੰਦੇ ਵਾਹਿਗੁਰੂ ਨੂੰ ਪਤੀ ਬਣਾ ਕੇ ਆਪ ਵਾਹਿਗੁਰੂ ਦੀ ਵਹੁਟੀ ਬਣ ਜੇ ਬੰਦਾ। ਗੱਜ ਕੇ ਆਖੋ ਵਾਹਿਗੁਰੂ। ਰੱਬ ਦੀ ਪਤਨੀ ਬਣ ਜੇ। ਹਾਂਜੀ। ਪਤੀ ਬ੍ਰਤਾ ਕੀ ਰੀਤ ਬਡੇਰੀ। ਫਿਰ ਪਤੀ ਵਰਤਾ ਧਰਮ ਰੱਖੇ। ਜਿਵੇਂ ਇੱਕ ਸੁਹਾਗਣ ਇਸਤਰੀ ਕਿਸੇ ਦੂਜੇ ਪਤੀ ਦੇ ਬਾਰੇ ਨਹੀਂ ਸਿਮਰਦੀ, ਉਹਨੂੰ ਨਹੀਂ ਚੇਤਾ ਕਰਦੀ, ਉਵੇਂ ਮਹਾਰਾਜ ਕਹਿੰਦੇ ਫਿਰ ਗੁਰਸਿੱਖ ਵੀ ਆਪਣੇ ਗੁਰੂ ਨੂੰ ਹੀ ਚੇਤਾ ਕਰੇ, ਆਪਣੇ ਪਰਮੇਸ਼ਰ ਨੂੰ ਚੇਤਾ ਕਰੇ। ਸਾਡਾ ਪਰਮੇਸ਼ਰ ਕੌਣ ਹੈ? ਸਤਿਗੁਰ ਪਰਮੇਸ਼ਰ ਮੇਰਾ, 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 ਸਤਿਗੁਰ ਪਰਮੇਸ਼ਰ ਮੇਰਾ। ਇੱਕ ਵਾਰੀ ਜਿੰਨੇ ਬੈਠੇ ਆ ਪਿਆਰ ਨਾਲ ਗੱਜ ਕੇ ਜਪੋ, ਕੋਈ ਪਤਾ ਨਹੀਂ ਕਿਰੇ ਤੇ ਗੁਰੂ ਸਾਹਿਬ ਨੇ ਮਿਹਰ ਕਰ ਦੇਣੀ ਜੀ। ਸਤਿਗੁਰ ਪਰਮੇਸ਼ਰ ਮੇਰਾ,
ਸਤਿਗੁਰ ਪਰਮੇਸ਼ਰ ਮੇਰਾ। ਸਤਿਗੁਰ ਪਰਮੇਸ਼ਰ ਮੇਰਾ। ਸਤਿਗੁਰ ਪਰਮੇਸ਼ਰ ਮੇਰਾ। ਗੁਰੂ ਨੂੰ, ਪਰਮੇਸ਼ਰ ਨੂੰ ਆਪਣਾ ਪਤੀ ਬਣਾਵੇ ਤੇ ਆਪ ਮਹਾਰਾਜ ਕਹਿੰਦੇ ਪਤਨੀ ਬਣੇ। ਭਾਵ ਜਿਵੇਂ ਇੱਕ ਪਤਨੀ ਆਪਣੇ ਪਤੀ ਦੀ ਸੇਵਾ ਕਰਦੀ ਹੈ, ਉਵੇਂ ਸਿੱਖ ਆਪਣੇ ਗੁਰੂ ਦੀ ਸੇਵਾ ਕਰੇ। ਹੁਣ ਆਪਣੇ ਆਪ ਵਿੱਚ ਵਿਚਾਰ ਮਾਰ ਲਈਏ, ਆਪਾਂ ਜਿੰਨੇ ਸੁਣ ਰਹੇ ਹਾਂ ਪਿਆਰਿਓ, ਆਪਣੇ ਚੋਂ ਕਿੰਨੇ ਅੱਜ ਤੱਕ ਗੁਰੂ ਸਾਹਿਬ ਨੂੰ ਪਤੀ ਜਾਣ ਕੇ ਸੇਵਾ ਕੀਤੀ ਜੀ? ਹਾਂਜੀ। ਤਨ ਮਨ ਧਨ ਸਭ ਅਰਪਹਿ ਪਤ ਕੋ। ਜਿਵੇਂ ਪਤਨੀ ਤਨ ਮਨ ਤੇ ਧਨ ਸਾਰਾ ਕੁਝ ਪਤੀ ਨੂੰ ਦੇ ਦਿੰਦੀ ਹੈ। ਪਿਆਰੋ ਪਰਮ ਪ੍ਰੇਮ ਕਰ ਚਿਤ ਕੋ। ਉਹਨੂੰ ਸਭ ਤੋਂ ਪਿਆਰਾ ਉਹਦਾ ਪਤੀ ਹੈ। ਸਭ ਤੋਂ ਪਿਆਰਾ ਕੀ ਹੈ? ਪਤੀ ਹੈ। ਇਸੇ ਤਰ੍ਹਾਂ ਸਾਨੂੰ ਸਭ ਤੋਂ ਪਿਆਰਾ ਕੀ ਹੋਣਾ ਚਾਹੀਦਾ? ਸਾਡੇ ਸੱਚੇ ਪਾਤਸ਼ਾਹ। ਸਤਿਗੁਰ ਪਰਮੇਸ਼ਰ ਮੇਰਾ। ਸਤਿਗੁਰ ਪਰਮੇਸ਼ਰ ਮੇਰਾ। ਸਤਿਗੁਰ ਪਰਮੇਸ਼ਰ ਮੇਰਾ। ਸਤਿਗੁਰ ਪਰਮੇਸ਼ਰ ਮੇਰਾ। ਪਤ ਰਜ਼ਾਏ ਮੈਂ ਰਾਜ਼ੀ ਰਹੈ। ਫਿਰ ਮਹਾਰਾਜ ਕਹਿੰਦੇ ਜਿਵੇਂ ਇੱਕ ਇਸਤਰੀ ਆਪਣੇ ਪਤੀ ਦੀ ਰਜ਼ਾ ਵਿੱਚ ਰਹਿੰਦੀ ਹੈ, ਮਾੜੀ ਜੀ ਇਸਤਰੀ ਘਰ ਵਾਲੇ ਦੀ ਰਜ਼ਾ ਤੋਂ ਬਾਹਰ ਜਾਵੇ ਜੀ, ਅਗਲਾ ਬੁਰਾ ਬੋਲਦਾ ਜੀ, ਕਈ ਕੁਛ ਕਹਿੰਦਾ ਉਹਨੂੰ। ਹਾਂਜੀ। ਵਿਛੁਰੇ ਨਿਤ ਮਿਲਬੇ ਕੋ ਚਾਹੈ। ਤੇ ਜੇ ਕਿਤੇ ਵਿਛੋੜਾ ਪੈ ਜੇ ਪਤੀ ਨਾਲ, ਮਹਾਰਾਜ ਕਹਿੰਦੇ ਫਿਰ ਇਸਤਰੀ ਮਿਲਣਾ ਚਾਹੁੰਦੀ, ਕਿਸੇ ਨਾ ਕਿਸੇ ਤਰੀਕੇ ਨਾਲ ਮੈਂ ਆਪਣੇ ਘਰ ਵਾਲੇ ਨੂੰ ਮਿਲ ਲਵਾਂ। ਹਾਂਜੀ। ਜਾਵਤ ਮਿਲੈ ਨਾ ਰਚਹਿ ਉਪਾਈ। ਜਿੰਨਾ ਚਿਰ ਤੱਕ ਫਿਰ ਮੇਲ ਨਹੀਂ ਹੁੰਦਾ, ਸਿਆਣੀ ਇਸਤਰੀ ਉਪਾਅ ਕਰਦੀ ਰਹਿੰਦੀ, ਕਿਵੇਂ ਮੇਰਾ ਮਿਲਾਪ ਮੇਰੇ ਘਰ ਵਾਲੇ ਨਾਲ ਹੋਵੇ। ਹਾਂਜੀ। ਆਹ ਸੁਖਦ ਪਤ ਬਿਨ ਦੁਖਦਾਈ। ਸੁੱਖ ਦਾ ਸਮਾਂ ਪਤੀ ਨਾਲ ਹੈ, ਪਤੀ ਤੋਂ ਬਗੈਰ ਤੇ ਸਭ ਮਹਾਰਾਜ ਕਹਿੰਦੇ ਪਤਨੀ ਵਾਸਤੇ ਦੁਖਦਾਈ ਹੈ। ਵੇਖ ਲੋ, ਬੜੀ ਥੈਂਟਕ ਉਦਾਹਰਣ ਹੈ, ਆਮ ਹੀ ਪਰਿਵਾਰ ਵਿੱਚ ਹੈਗੀ ਹੈ ਜੀ। ਹਰ ਪਰਿਵਾਰ 'ਚ ਇਸਤਰੀ ਪੁਰਸ਼ ਹੈ, ਪਤੀ ਪਤਨੀ ਹੈ, ਤੇ ਮਹਾਰਾਜ ਕਹਿੰਦੇ ਬਸ ਉਹ ਪਿਆਰ ਜਿਹੜਾ ਰੱਬ ਨਾਲ ਪਾ ਲਓ। ਹਾਂਜੀ। ਦੀਰਘ ਸਵਾਸ ਪਰੀ ਮੁਖ ਪੀਰੀ। ਹਾਂਜੀ। ਅਸ਼ਰ ਬਹਿਰ ਧਰਹਿ ਨਹੀਂ ਧੀਰੀ। ਮਹਾਰਾਜ ਕਹਿੰਦੇ ਪਤੀ ਪਰਮੇਸ਼ਰ ਦੀ ਯਾਦ ਤੋਂ ਬਗੈਰ, ਵਾਹਿਗੁਰੂ ਜਿਵੇਂ ਘਰ ਵਾਲੀ ਪਤੀ ਦੀ ਯਾਦ ਤੋਂ ਬਗੈਰ ਹੰਝੂ ਘੇਰਦੀ ਹੈ, ਉਵੇਂ ਫਿਰ ਰੱਬ ਦੇ ਪਿਆਰੇ ਵੀ ਵਾਹਿਗੁਰੂ ਤੋਂ ਬਗੈਰ ਰੋਂਦੇ ਆ ਕਈ ਵਾਰੀ ਜੀ, ਬੈਰਾਗ ਕਰਦੇ ਆ। ਹਾਂਜੀ। ਜੋ ਤਿਸ ਪਤ ਕੀ ਬਾਤ ਸੁਣਾਵੇ। ਫਿਰ ਇਹੋ ਜਿਹੇ ਸਮੇਂ 'ਚ ਜਿਹੜਾ ਪਤਨੀ ਨੂੰ ਉਹਦੇ ਪਤੀ ਦੀ ਗੱਲ ਸੁਣਾਵੇ ਜੀ। ਹਾਂਜੀ। ਸੇਵਾ ਕਰੈ ਪ੍ਰੇਮ ਕੋ ਲਾਵੇ। ਪਤਨੀ ਫਿਰ ਉਹਦੀ ਵੀ ਸੇਵਾ ਕਰਦੀ ਹੈ ਵੀ ਇਹਨੇ ਮੇਰੇ ਪਤੀ ਦੀ ਗੱਲ ਸੁਣਾਈ ਹੈ। ਹਾਂਜੀ। ਪਤ ਪਰਮੇਸ਼ਰ ਪ੍ਰੇਮ ਪਛਾਨੈ। ਫਿਰ ਪਰਮੇਸ਼ਰ ਭਾਵ ਪਤੀ ਜਿਹੜਾ ਹੈ, ਜਦੋਂ ਆਪਣੀ ਪਤਨੀ ਦਾ ਪ੍ਰੇਮ ਜਾਣਦਾ, ਉਹਨੂੰ ਨੇੜੇ ਲਾ ਲੈਂਦਾ। ਬੰਦੇ ਉਹਨੂੰ ਵੀ ਰੱਬ ਨੇੜੇ ਲਾ ਲੈਂਦਾ ਜੀ। ਜਦੋਂ ਰੱਬ ਵੇਖਦਾ ਨਾ ਮੇਰੇ ਨਾਲ ਪਿਆਰ ਕਰਦੇ ਆ, ਸੱਚਾ ਕਰਦੇ ਆ, ਫਿਰ ਰੱਬ ਨੇੜੇ ਲਾ ਲੈਂਦਾ ਜੀ। ਤੇ ਜਿੰਨਾ ਚਿਰ ਤੱਕ ਝੂਠ ਮੂਠੀ ਹੈ ਨਾ ਜੀ, ਉਹਨਾਂ ਚਿਰ ਤੱਕ ਰੱਬ ਵੀ ਨਹੀਂ ਨੇੜੇ ਲਾਉਂਦਾ ਜੀ। ਹਾਂਜੀ। ਮਿਲ ਹੈ ਪ੍ਰਿਆ ਸੋ ਰਲੀਆ ਠਾਨੈ। ਫਿਰ ਮਹਾਰਾਜ ਕਹਿੰਦੇ ਰੱਬ ਵੀ ਜੀਵ ਆਤਮਾ ਨੂੰ ਨੇੜੇ ਲਾ ਲੈਂਦਾ। ਹਾਂਜੀ। ਤਿਨ ਕੇ ਬਸ ਹੋਏ ਫਿਰੈ ਪਿਛਾਰੀ। ਇਮ ਹਰ ਭਗਤ ਲਿਹੋ ਉਰ ਧਾਰੀ। ਬਸ ਇਹ ਭਗਤੀ ਹੈ, ਭਗਤੀ ਹੈ। ਇਸਤਰੀ ਵੀ ਭਗਤੀ ਕਰਦੀ ਹੈ ਆਪਣੇ ਪਤੀ ਦੀ, ਅਸੀਂ ਵੀ ਭਗਤੀ ਕਰਨੀ ਆਪਣੇ ਸਤਿਗੁਰੂ ਦੀ, ਸ੍ਰੀ ਪਰਮੇਸ਼ਰ ਦੀ। ਸਤਿਗੁਰ ਪਰਮੇਸ਼ਰ ਮੇਰਾ।
ਸਤਿਗੁਰ ਪਰਮੇਸ਼ਰ ਮੇਰਾ, 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 ਸਤਿਗੁਰ ਪਰਮੇਸ਼ਰ ਮੇਰਾ। ਹਾਂਜੀ। ਸੁਨ ਸਤਿਗੁਰ ਕੇ ਬਾਕ ਸੁਨਾਏ। ਭਾਈ ਨਰੈਣ ਦਾਸ ਜੀ, ਭਾਈ ਦੀਪਾ ਜੀ, ਭਾਈ ਬੂਲਾ ਜੀ ਨੇ ਜਦੋਂ ਮਹਾਰਾਜ ਦੇ ਐਸੇ ਬਚਨ ਸੁਣੇ, ਤਿੰਨੋਂ ਭਗਤ ਭਏ ਸੁਖ ਪਾਏ। ਤਿੰਨੋਂ ਹੀ ਫਿਰ ਭਗਤ ਬਣੇ ਜੀ। ਤਿੰਨਾਂ ਨੇ ਵਾਹਿਗੁਰੂ ਦੀ ਭਗਤੀ ਕੀਤੀ ਜੀ, ਸੇਵਾ ਕੀਤੀ, ਭਗਤੀ ਕੀਤੀ ਜੀ। ਹਾਂਜੀ। ਸਤ ਸੰਗਤ ਕੀ ਸੇਵਾ ਲਾਗੇ। ਸਤ ਸੰਗਤ ਦੀ ਸੇਵਾ ਕਰਨ ਲੱਗ ਪਏ, ਜਿੱਥੇ ਸੰਗਤ ਇਕੱਠੀ ਹੁੰਦੀ ਜਾ ਕੇ। ਹਾਂਜੀ। ਪ੍ਰੇਮ ਪਰਮੇਸ਼ਰ ਕੋ ਮਨ ਜਾਗੇ। ਹੌਲੇ ਹੌਲੇ ਮਨ ਚ ਰੱਬ ਦਾ ਪ੍ਰੇਮ ਜਾਗ ਪਿਆ। ਮੱਲੂ ਸ਼ਾਹੀ ਆਦਿਕ ਸਾਰੇ। ਇਸ ਤਰੀਕੇ ਨਾਲ ਭਾਈ ਮੱਲੂ ਸ਼ਾਹ ਜੀ ਤੇ ਹੋਰ ਗੁਰੂ ਕੇ ਸਿੱਖ ਸ਼੍ਰੀ ਅੰਗਦ ਕੇ ਰਹੇ ਦੁਆਰੇ। ਉਹ ਧੰਨ ਗੁਰੂ ਅੰਗਦ ਦੇਵ ਮਹਾਰਾਜ ਦੇ ਦਰਬਾਰ ਰਹੇ ਜੀ, ਮਹਾਰਾਜ ਦੀ ਹਾਜ਼ਰੀ ਚ ਰਹੇ ਜੀ। ਹਾਂਜੀ। ਸ਼੍ਰੀ ਗੁਰੂ ਅਮਰਦਾਸ ਢਿਗ ਰਹੈ ਤੇ ਗੁਰੂ ਅਮਰਦਾਸ ਸਾਹਿਬ ਤੱਕ ਰਹੇ ਜੀ ਫਿਰ ਉਹ। ਹਾਂਜੀ। ਕਰ ਸਿੱਖੀ ਕੋ ਸ਼ੁਭ ਗਤ ਲਹੈ। ਸਿੱਖੀ ਨੂੰ ਕਮਾਇਆ ਉਹਨਾਂ ਨੇ, ਬੜੇ ਪਿਆਰ ਨਾਲ ਸਿੱਖੀ ਦੀ ਕਮਾਈ ਕੀਤੀ ਜੀ ਤਿੰਨਾਂ ਨੇ। ਇਨ ਸੋ ਮਿਲੇ ਅਪਰ ਸਿੱਖ ਹੋਏ। ਇਹ ਇੰਨੇ ਵਧੀਆ ਸਿੱਖ ਬਣੇ ਤਿੰਨੋਂ। ਇਹਨਾਂ ਤਿੰਨਾਂ ਨੂੰ ਮਿਲ ਮਿਲ ਕੇ ਮਿਲਣ ਵਾਲੇ ਵੀ ਗੁਰੂ ਦੇ ਸਿੱਖ ਬਣ ਗਏ ਜੀ। ਹਾਂਜੀ। ਸਤਿਗੁਰ ਜਸ ਕੋ ਹਿਰਦੇ ਪਰੋਏ। ਜਿਹੜਾ ਇਹਨਾਂ ਨੂੰ ਮਿਲਦਾ ਸੀ ਉਹਦੇ ਮਨ ਚ ਗੁਰੂ ਦਾ ਜਸ ਪਰੋਇਆ ਜਾਂਦਾ ਸੀਗਾ। ਹਾਂਜੀ। ਬੜੇ ਭਾਗ ਜਿਨ ਕੇ ਜਗ ਜਾਗੇ। ਸੋ ਭਾਈ ਸੰਤੋਖ ਸਿੰਘ ਕਹਿੰਦੇ, ਸੰਗਤ ਜੀ ਜਿਨ੍ਹਾਂ ਦੇ ਵੱਡੇ ਭਾਗ ਜਾਗਣ। ਹਾਂਜੀ। ਗੁਰ ਮਿਲ ਪ੍ਰਭੂ ਪ੍ਰੇਮ ਮਨ ਪਾਗੇ। ਵੱਡੇ ਭਾਗਾਂ ਵਾਲੇ ਸਤਿਗੁਰੂ ਨੂੰ ਮਿਲਦੇ ਤੇ ਹੋਰ ਵੱਡੇ ਭਾਗ ਹੋਣ ਸਤਿਗੁਰੂ ਦੀ ਹਜ਼ੂਰੀ ਵਿੱਚੋਂ ਰੱਬ ਦਾ ਪ੍ਰੇਮ ਬੰਦੇ ਨੂੰ ਲੱਗ ਜਾਂਦਾ ਜੀ। ਸੋ ਮਹਾਰਾਜ ਕਿਰਪਾ ਕਰਨ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਮਹਾਰਾਜ ਸਾਨੂੰ ਵੀ ਪ੍ਰੇਮ ਲਾਉਣ। ਮਿਲ ਮੇਰੇ ਪ੍ਰੀਤਮਾ ਜੀਓ, ਤੁਧ ਬਿਨ ਖਰੀ ਨੇ ਮਾਣੀ। ਮਿਲ ਮੇਰੇ ਪ੍ਰੀਤਮਾ ਜੀਓ, ਤੁਧ ਬਿਨ ਖਰੀ ਨਿਮਾਣੀ। ਮੈਨਣੀ ਨੀਂਦ ਨਾ ਆਵੇ ਜੀਓ, ਭਾਵੇ ਅੰਨ ਨਾ ਪਾਣੀ। ਮੈਨਣੀ ਨੀਂਦ ਨਾ ਆਵੇ ਜੀਓ, ਭਾਵੇ ਅੰਨ ਨਾ ਪਾਣੀ। ਪਾਣੀ ਅੰਨ ਨ ਭਾਵੇ, ਮਰੀਐ ਹਾਵੇ। ਬਿਨ ਪੇਰ ਕਿਉ ਸੁਖ ਪਾਈਐ। ਪਾਣੀ ਅੰਨ ਨ ਭਾਵੇ, ਮਰੀਐ ਹਾਵੇ। ਬਿਨ ਪੇਰ ਕਿਉ ਸੁਖ ਪਾਈਐ। ਮਿਲ ਮੇਰੇ ਪ੍ਰੀਤਮਾ ਜੀਓ, ਤੁਧ ਬਿਨ ਖਰੀ ਨਿਮਾਣੀ। ਮਿਲ ਮੇਰੇ ਪ੍ਰੀਤਮਾ ਜੀਓ, ਤੁਧ ਬਿਨ ਖਰੀ ਨਿਮਾਣੀ। ਬਿਨਾਂ ਵਾਹਿਗੁਰੂ ਤੋਂ ਕੋਈ ਮਾਣ ਨਹੀਂ ਹੈਗਾ ਬੰਦੇ ਦਾ ਜੀ।
ਸਾਚੀ ਲਿਵੈ ਬਿਨ ਦੇਹ ਨਿਮਾਣੀ। ਦੇਹ ਨਿਮਾਣੀ ਲਿਵੈ ਬੱਝ ਹੋ, ਕਿਆ ਕਰੇ ਵਿਚਾਰੀਆ। ਸੱਚੇ ਪਾਤਸ਼ਾਹ ਕਿਰਪਾ ਕਰਨ, ਅੱਗੋਂ ਗੁਰੂ ਕੇ ਸਿੱਖ ਜਿਵੇਂ ਜਿਵੇਂ ਪ੍ਰਸੰਗ ਹੁੰਦਾ ਕੱਲ ਨੂੰ ਸਰਵਣ ਕਰਾਂਗੇ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।